ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਮੂਹ ਗੁਰੂ ਖਾਲਸਾ ਪੰਥ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਪੰਥ ਦੀ ਅਧੋਗਤੀ ਵਾਲੀ ਹਾਲਤ ਔਰ ਇਸ ਤੋਂ ਉਭਰਨ ਦੇ ਲਈ ਵਿਚਾਰਾਂ ਕਰਨ ਲਈ ਇਕੱਤਰ ਹੋਏ ਹਾਂ। ਸੋ ਇਸ ਕਰਕੇ ਆਪਾਂ ਆਪਣੇ ਮੂਲ, ਆਪਣੇ ਆਧਾਰ ਸਰੋਤ, ਸੰਸਥਾਵਾਂ ਅਤੇ ਉਹਨਾਂ ਢਾਂਚਿਆਂ ਦੀ ਵਿਚਾਰ ਕਰ ਰਹੇ ਹਾਂ। ਸੋ ਹੁਣ ਆਪਾਂ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਦੇ ਸੰਬੰਧੀ ਵਿਚਾਰ ਰੱਖਾਂਗੇ। ਗੁਰੂ ਮਹਾਰਾਜ ਜੀ ਨੇ ਏਕ ਓਂਕਾਰ ਤੋਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਔਰ ਇੱਥੇ ਨਿਰਗੁਣ ਸਰਗੁਣ ਦੀ ਏਕਤਾ ਨੂੰ ਸਾਕਾਰ ਕੀਤਾ। ਸਿੱਖੀ ਦੇ ਵਿੱਚ ਨਿਰਗੁਣ ਤੇ ਸਰਗੁਣ ਆਪਸ ਵਿੱਚ ਆਪਾ ਵਿਰੋਧੀ ਨਹੀਂ ਹਨ। ਇੱਕੋ ਹੀ ਨੇਮ ਨਿਰਾਕਾਰ ਤੋਂ ਆਕਾਰ ਵਿੱਚ ਪਲਟਦਾ ਹੈ, ਉਹੀ ਨੇਮ ਨਿਰਗੁਣਤਾ ਤੋਂ ਸਰਗੁਣਤਾ ਵਿੱਚ ਉਤਰਦਾ ਹੈ। ਇਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਉਸ ਏਕ ਓਂਕਾਰ ਦੇ ਹੀ ਪਾਸਾਰ ਹਨ ਅਤੇ ਇਹਨਾਂ ਦੇ ਵਿੱਚ ਅਕਾਲ ਪੁਰਖ ਦੇ ਘਰ ਵਿੱਚ, ਇਸ ਧਰਤੀ ਦੇ ਇਤਿਹਾਸ ਵਿੱਚ ਬਹੁਤ ਵੱਡੀ ਏਕਤਾ ਹੈ। ਗੁਰੂ ਸਾਹਿਬ ਜੀ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਦੇ ਹਨ ਤੇ ਗੁਰੂ ਸਾਹਿਬ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ 6ਵੇਂ ਪਾਤਸ਼ਾਹ ਜੀ ਨੇ ਰੱਖੀ ਤੇ ਇਸ ਦੀ ਚਿਣਾਈ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਕੀਤੀ। ਗੁਰਬਿਲਾਸ ਪਾਤਸ਼ਾਹੀ 6ਵੀਂ ਦਾ ਬਚਨ ਹੈ, ਕਿਸੀ ਰਾਜ ਨੇ ਹੱਥ ਲਗਾਇਓ, ਬੁੱਢੇ ਹੋ ਗੁਰਦਾਸ ਬਣਾਇਓ। ਇਹਦੇ ਵਿੱਚ ਕਿਸੇ ਹੋਰ ਰਾਜ ਮਿਸਤਰੀ ਨੂੰ ਨਹੀਂ ਲਾਇਆ ਗਿਆ। ਤੋ ਦੋ ਵੱਡੀਆਂ ਪਰੰਪਰਾਵਾਂ ਦੇ ਸੋਮੇ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਦੇ ਰਾਹੀਂ ਇਸ ਨੂੰ ਸੰਪੂਰਨ ਕੀਤਾ ਗਿਆ। ਇਹ ਦੋ ਸ਼ਖਸੀਅਤਾਂ ਗੁਰੂ ਸਾਹਿਬਾਨ ਦੇ ਸਮੇਂ ਵਿੱਚ ਗੁਰੂ ਸਾਹਿਬਾਨ ਜੀ ਦੇ ਨਾਲ ਵਿਚਰ ਰਹੀਆਂ ਨੇ ਔਰ ਵੱਡੀਆਂ ਸੇਵਾਵਾਂ ਨਿਭਾ ਰਹੀਆਂ ਨੇ। ਇਹਨਾਂ ਦੇ ਹੱਥੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੋਈ। ਅਗਲਾ ਨੁਕਤਾ ਅਕਾਲ ਤਖ਼ਤ ਸਾਹਿਬ ਤੇ ਅਕਾਲੀ ਬਾਰੇ ਸੀ, ਜਿਸ ਬਾਰੇ ਬਹੁਤ ਸਾਰੀ ਵਿਚਾਰ ਜੋ ਹੈ ਉਹ ਹੋ ਚੁੱਕੀ ਹੈ, ਪਰ ਥੋੜੀ ਜੀ ਉਹਦੇ ਬਾਰੇ ਵਿਚਾਰ ਆਪਾਂ ਕਰਨੀ ਹੈ ਕਿ ਅਕਾਲ ਜੋ ਹੈ ਉਹ ਕਾਲ ਦੇ ਪ੍ਰਭਾਵ ਤੋਂ ਰਹਿਤ ਹੋਣ ਦਾ ਨਾਂ ਹੈ ਤੇ ਕਾਲ ਦਾ ਪ੍ਰਭਾਵ ਚੇਤਨਾ ਦੇ ਅਰਥਾਂ ਵਿੱਚ ਵੀ ਹੁੰਦਾ ਹੈ। ਕਈ ਵਾਰ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਹੁਣ ਦੇ ਬੱਚੇ ਪੈਦਾ ਹੋ ਰਹੇ ਨੇ ਉਹਨਾਂ ਨੂੰ ਇਹ ਜੋ ਮੋਬਾਈਲ ਫੋਨ ਹੈ ਜਾਂ ਨਵੀਆਂ ਚੀਜ਼ਾਂ ਨੇ ਟੈਕਨੋਲੋਜੀ ਦੀਆਂ, ਉਹ ਸੁੱਤੇ ਸਿੱਧੀ ਵਰਤਣੀਆਂ ਆ ਜਾਂਦੀਆਂ ਨੇ ਤੇ ਪੁਰਾਣੀ ਪੀੜ੍ਹੀ ਨੂੰ ਨਹੀਂ ਆਉਂਦੀਆਂ। ਉਹ ਚੇਤਨਾ ਦਾ ਫਰਕ ਹੈ, ਉਹ ਕਾਲ ਦਾ ਫਰਕ ਹੈ। ਤੋ ਕਾਲ ਦੇ ਫਰਕ ਨਾਲ ਚੇਤਨਾ ਬਦਲਦੀ ਹੈ, ਪਰ ਗੁਰੂ ਦੀ ਚੇਤਨਾ ਨਹੀਂ ਹੁੰਦੀ। ਗੁਰੂ ਅਕਾਲ ਹੁੰਦਾ ਹੈ, ਗੁਰੂ ਕਾਲ ਤੋਂ ਪਾਰ ਹੁੰਦਾ ਹੈ। ਸਮੇਂ ਦੀ ਚੇਤਨਾ ਬਦਲਣ ਨਾਲ ਗੁਰੂ ਦੀ ਚੇਤਨਾ ਨਹੀਂ ਬਦਲਦੀ। ਗੁਰੂ ਦੀ ਚੇਤਨਾ ਸਮਿਆਂ ਤੋਂ ਪਾਰ ਹੁੰਦੀ ਹੈ, ਇਸ ਕਰਕੇ ਉਹ ਸਰਬੱਤ ਸਮਿਆਂ ਦੇ ਵਿੱਚ ਇੱਕਸਾਰ ਰਹਿੰਦੀ ਹੈ। ਤੋ ਇਹ ਕਾਲ ਤੇ ਅਕਾਲ ਦਾ ਬਹੁਤ ਵੱਡਾ ਫਰਕ ਹੈ, ਜਿਸ ਨੂੰ ਸਮਝ ਕੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਡੂੰਘਾਈ ਵਿੱਚ ਆਪਾਂ ਉਤਰਨ ਦੀ ਤਿਆਰੀ ਕਰ ਸਕਦੇ ਹਾਂ। ਉਤਰਨਾ ਤੇ ਹੋਰ ਵੱਡੀ ਗੱਲ ਹੈ। ਤੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਵਕਤ ਦੇ ਉਸ ਖੰਡ ਵਿੱਚ ਹੋਈ ਜਿਸ ਸਮੇਂ ਪੰਚਮ ਪਾਤਸ਼ਾਹ ਦੀ ਸ਼ਹਾਦਤ ਹੋਈ ਸੀ। ਤਾਂ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਜਿਹੜੇ ਸੱਚ ਦੇ ਨਾਲ ਜੋੜਿਆ, ਉਹ ਸੱਚ ਪੰਚਮ ਪਾਤਸ਼ਾਹ ਜੀ ਦੇ ਉੱਤੇ ਪਹੁੰਚ ਕੇ ਮੌਤ ਦੇ ਪਾਰਲੇ ਮੰਡਲਾਂ ਦੇ ਨਾਲ ਸਿੱਖਾਂ ਦਾ ਵਾਹ ਜੋੜਦਾ ਹੈ ਤੇ ਮੌਤ ਦਾ ਜਿਹੜਾ ਭਿਆਨਕ ਤੇ ਡਰਾਉਣਾ ਰੂਪ ਸੀਗਾ ਉਹਨੂੰ ਵਿਸਮਾਦ ਨਾਲ ਭਰ ਦਿੰਦਾ ਹੈ ਤੇ ਖਾਲਸੇ ਦੇ ਵਿੱਚ ਜਿਹੜੀਆਂ ਸ਼ਹਾਦਤਾਂ ਨੇ ਉਹਦੇ ਪ੍ਰਤੀ ਇੱਕ ਨਵੀਂ ਕਿਸਮ ਦੀ ਊਰਜਾ, ਇੱਕ ਨਵੀਂ ਕਿਸਮ ਦਾ ਚਾਅ ਪੰਚਮ ਪਾਤਸ਼ਾਹ ਤੋਂ
ਆਰੰਭ ਹੁੰਦਾ ਹੈ ਤੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਉਸ ਥਾਂ ਤੇ ਗੁਰੂ ਸਾਹਿਬ ਵੱਲੋਂ ਕੀਤੀ ਜਾਂਦੀ ਹੈ ਜਿੱਥੇ ਉਹਨਾਂ ਨੇ ਗੁਰਿਆਈ ਧਾਰਨ ਕਰਨ ਸਮੇਂ ਕਲਗੀ ਵਾਲੀ ਦਸਤਾਰ ਸਜਾ ਕੇ ਮੀਰੀ ਪੀਰੀ ਦੀਆਂ 2 ਸ਼ਮਸ਼ੀਰਾਂ ਧਾਰਨ ਕਰਕੇ ਤਖਤ ਲਗਾ ਕੇ ਗੁਰਿਆਈ ਧਾਰਨ ਕੀਤੀ ਸੀ। ਤੇ ਉਸੇ ਜਗ੍ਹਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੁੰਦੀ ਹੈ ਤੇ ਉਹਦੇ ਆਲੇ ਦੁਆਲੇ ਹੋਰ ਕੁਝ ਚੀਜ਼ਾਂ ਨੇ ਜਿਹੜੀਆਂ ਸਾਡੇ ਧਿਆਨ ਦੀ ਮੰਗ ਕਰਦੀਆਂ ਨੇ, ਉਹਦੀ ਵਿਆਖਿਆ ਵਿੱਚ ਨਹੀਂ ਜਾਵਾਂਗੇ। ਉਹ ਤਖਤ ਕੋਠਾ ਸਾਹਿਬ ਦੇ ਨਾਲ ਬਣਾਇਆ ਗਿਆ, ਉਹਦੇ ਵਿਹੜੇ ਦੇ ਵਿੱਚ ਅਖਾੜਾ ਬਣਾਇਆ ਗਿਆ, ਉੱਥੇ ਢਾਡੀ ਵਾਰਾਂ ਦਾ ਗਾਇਨ ਹੁੰਦਾ ਹੈ, ਉੱਥੇ ਗੁਰੂ ਮਹਾਰਾਜ ਜੀ ਨੇ 2 ਨਿਸ਼ਾਨ ਸਾਹਿਬ ਚਲਾਏ ਨੇ, ਉੱਥੇ ਹੀ ਇੱਕ ਇਮਲੀ ਦਾ ਬੂਟਾ ਹੈ ਤੇ ਉਹਦੇ ਪਿਛਲੇ ਪਾਸੇ ਸ਼ਹੀਦਗੰਜ ਭਾਈ ਗੁਰਬਖਸ਼ ਸਿੰਘ ਜੀ ਹੈ, ਉਹਦੇ ਥੱਲੇ ਭੋਰੇ ਦੇ ਵਿੱਚ ਅਕਾਲਸਰ ਖੂਹ ਹੈ। तो ये सारिया चीज़ां कुछ ऐसे प्रतीक हैं जेड़े बड़ी व्याख्या की मंग करते हैं। आप समय के लिहाज नाल उस व्याख्या विच नहीं जानते, पर यह ध्यान की मंग करते हैं। इन्हां दे नाल ही ये सारिया गल्लां दे होर जेड़े चेतना दे विच अर्थ पसार ने वो प्रगट हो सकते हैं। हुण आपां अगली गल करते हैं कि ये अकाल तख्त साहब का प्रबंध जिहड़ा सीगा गुरु महाराज जी के वेले वो भाई गुरदास जी नूं सौंपिया गया। उस तो जल्दी ही बाद फिर गुरु महाराज जी कीरतपुर साहब जा निवास करते हैं। उस तो बाद आनंदपुर साहब गुरु साहब का निवास हो जाता। बाकी गुरु साहबान फिर अमृतसर इस तरह निवास नहीं रखते। तो जिहड़ी सारी गुरु साहब नाल जुड़ी हुई गतिविधि है वो भी गुरु साहब जी दे इथों चले जाण नाल होर थावां ते चली जाती है। तो अकाल तख्त साहब का प्रबंध जिहड़ा है वो गुरु घर दे जिहड़े गुरु बंसी जिन्हां नूं कहा जांदा उन्हां दे कोल चला जांदा है। ते काफ़ी समा जिहड़ा है उस तो बाद सिखां दा सिद्धा प्रबंध अकाल तख्त साहब ते नहीं रहिंदा। फिर जदों गुरु खालसा पंथ इत्थे आके अपनी अजमत नूं प्रगट करता है, उहदे संबंधी कुछ विचार हैं कि गुरु साहब ने अकाल नूं संकल्पक निराकारता विचों पदार्थक साकारता विच उतारन लई श्री अकाल तख्त साहब की सिरजना की। मीरी पीरी दीआं शमशीरां पहले 5 गुरु साहिबान द्वारा साजे गए नैतिक सोहज जबत इखलाक यकीन ते सिमरन दे वजद नाल लिशकदियां सन। पंचम पातशाह जी दी शहादत तो यकदम बाद 6वें सतगुरु जी वालों मेरी पीरी दी शमशीरां धारण करके श्री अकाल तख्त साहब की सिरजना सिख सुरत नूं उस इलाही धरवास नाल भरपूर करती है जो खालसे नूं घल्लू घारियां वर्गे बेरहम हादसियां विच भी अडोल रखता है। तो ये अगले सफर की तैयारी हो रही सी। गुरु साहब वो चीज़ां सानू साज के दे रहे सन जिन्हां दे नाल जदों 10वें पातशाह तो बाद इस संगत जिहड़ी गुरु नानक ने साजी है उसने गुरु खालसा पंथ बनना है तो उसने आके इस तख्त उपर विराजमान होना है। वो अकाल तख्त साहब का टकरा गुरु साहब के वेले तो ही वक्तियां हुकूमतां नाल शुरू हो जाता है। तो आप उस नुकते पर विचार करते हैं जो अकाल तख्त साहब उपर गुरु खालसा पंथ आके बैठता है। गुरु गोबिंद सिंह जी के ज्योति जोत समाउण तो बाद खालसा मुगल हुकूमत नाल लहू विटवीं जंग में उतरता है तो लगभग अद्धी सदी ये जंग लगातार लड़ी है। तो जो गुरु खालसा पंथ बाबा बंदा सिंह बहादुर की शहादत तो बाद बिल्कुल इस धरती तो खिंडा दिता गया तो भाई मनी सिंह जी ने उस वेले खालसा पंथ को एकत्र किया ते इत्थे जुड़ बैठ के गुरमते दे राही अपना आगू चुनन ते अपना निजाम स्थापित करने की प्रेरणा की। भावें कि वक्त वक्त के उत्ते सिख जिहड़े ने वो अपनी जान की बाजी लगा के हुकूमत को नीवा विखाउण दे लई दरबार साहब सरोवर में भी हरमंदर साहब इशनान कर जाते सन, अकाल तख्त साहब भी मत्था टेक जाते सन। वो साखियां आप जी ने सरवण कीतियां होईयां हन। परंतु 5वें रूप में पहली बार भाई मनी सिंह जी ने इत्थे जिहड़ा वो सरबत खालसा जी नूं बैठ के गुरमता करन दे लई प्रेरणा की। तो ये लगभग 1734 दे विच ये होया मन्निया जांदा है। ते उस वेले सरबत खालसा जी ने एकत्र हो के सरदार कपूर सिंह फैजलपुरिया नूं अपना आगू चुनिया। तो उस वेले जो ये सारी जुगत अपनाई गई सी उसनूं गुरमता कहा गया तो उहदे राही मन्निया होया जिहड़ा फैसला आ वो सरबत माई भाई ने गुरु हुक्म करके मन्निया। तो ये अकाल तख्त साहब उपर गुरु खालसा पंथ ने अपनी अजमत नूं इस तरह प्रगट कीता सीगा। एक आपां पंछी झात के तौर पर अकाल तख्त साहब के प्रबंध संबंधी कुछ विचारां कर लैंदे हां कि
ਭਾਈ ਗੁਰਦਾਸ ਜੀ ਇਹਦੇ ਪਹਿਲੇ ਮੁਖੀ ਮੰਨੇ ਜਾਂਦੇ ਹਨ ਤੇ ਸ੍ਰੀ ਹਰਗੋਬਿੰਦ ਸਾਹਿਬ ਤੋਂ ਹੈ ਕਿ ਲੰਮਾ ਅਰਸਾ ਇਹ ਪ੍ਰਬੰਧ ਜਿਹੜਾ ਉਹ ਗੁਰੂ ਬੰਸੀ ਪਰਿਵਾਰਾਂ ਕੋਲ ਰਿਹਾ ਤੇ ਉਹਨਾਂ ਦੀ ਆਚਰਣ ਗਿਰਾਵਟ ਦੀ ਸ਼ਿਕਾਇਤ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਅੰਮ੍ਰਿਤਸਰ ਦੀ ਸੰਗਤ ਲੈ ਕੇ ਗਈ, ਜਿਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਨੂੰ 5 ਸਿੰਘ ਨਾਲ ਦੇ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਕਰਨ ਲਈ ਭੇਜਿਆ। ਤੇ ਉਹ ਜੱਥਾ ਜਿਹੜਾ ਆ ਉਹ ਫਿਰ ਭਾਈ ਮਨੀ ਸਿੰਘ ਜੀ ਦੇ ਸ਼ਹੀਦ ਹੋਣ ਤੱਕ ਇੱਥੋਂ ਦਾ ਪ੍ਰਬੰਧ ਸੰਭਾਲਦਾ ਰਿਹਾ। ਇਸੇ ਸਮੇਂ ਦੌਰਾਨ ਮਾਤਾ ਗੁਜਰੀ ਜੀ ਦੇ ਜਿਹੜਾ ਪਾਲਿਤ ਪੁੱਤਰ ਸੀਗਾ ਉਹਨੇ ਵੀ ਦਰਬਾਰ ਸਾਹਿਬ ਦਾ ਪ੍ਰਬੰਧ ਹਕੂਮਤ ਦੀ ਮਦਦ ਦੇ ਨਾਲ ਸੰਭਾਲਣ ਦੇ ਲਈ 2 ਵਾਰ ਯਤਨ ਕੀਤੇ, ਦੂਸਰੀ ਵਾਰ ਉਹ ਥੋੜਾ ਜਿਹਾ ਕਾਮਯਾਬ ਵੀ ਹੋ ਗਿਆ। ਤੇ ਇਸ ਤੋਂ ਅੱਗੇ ਫਿਰ ਭਾਈ ਮਨੀ ਸਿੰਘ ਜੀ ਨੇ ਸਿੱਖਾਂ ਨੂੰ ਅਕਾਲ ਤਖਤ ਸਾਹਿਬ ਦੇ ਇਕੱਤਰ ਹੋ ਕੇ ਆਪਣਾ ਨੇਤਾ ਚੁਣਨ ਦੀ ਪ੍ਰੇਰਣਾ ਕੀਤੀ ਤੇ ਉੱਥੇ ਕਪੂਰ ਸਿੰਘ ਜੀ ਨੂੰ ਆਪਣਾ ਆਗੂ ਚੁਣ ਲਿਆ ਗਿਆ, ਜਿਨ੍ਹਾਂ ਨੂੰ ਬਾਅਦ ਚੋਂ ਨਵਾਬ ਕਪੂਰ ਸਿੰਘ ਨਾਲ ਜਾਣਿਆ ਗਿਆ। 1746 ਤੇ 1747 ਦੇ ਜਿਹੜੇ ਸਰਬੱਤ ਖਾਲਸਾ ਸਮਾਗਮ ਹੋਏ ਉਹ ਨਵਾਬ ਕਪੂਰ ਸਿੰਘ ਜੀ ਦੇ ਸੱਦੇ ਉੱਤੇ ਹੋਏ ਤੇ ਉਹਦੇ ਵਿੱਚ ਖਾਲਸਾ ਪੰਥ ਦੀ ਸਮੁੱਚੀ ਸ਼ਕਤੀ ਨੂੰ ਇੱਕ ਜਗ੍ਹਾ ਤੇ ਇਕੱਤਰ ਕਰਕੇ 25 ਜਥਿਆਂ ਦੇ ਵਿੱਚ ਵੰਡਿਆ ਗਿਆ। ਉਸ ਤੋਂ ਬਾਅਦ ਦੂਜੀ ਵਾਰ ਰੀਆਰਗੇਨਾਈਜੇਸ਼ਨ ਹੋਈ, ਫਿਰ ਇਹਨੂੰ 65 ਜਥਿਆਂ ਵਿੱਚ ਵੰਡਿਆ ਗਿਆ ਤੇ ਫਿਰ ਇਸ ਵਿੱਚੋਂ ਦਲ ਖਾਲਸਾ ਜਥੇਬੰਦੀ ਬਣਾਈ ਗਈ। ਉਸ ਦੀ ਕੁਝ ਜਿਹੜੀ ਵਰਣਨ ਹੈ ਉਹ ਡਾਕਟਰ ਗੁਰਪ੍ਰੀਤ ਸਿੰਘ ਜੀ ਆਪ ਜੀ ਨਾਲ ਕਰ ਗਏ ਹਨ। ਉਸ ਤੋਂ ਅੱਗੇ ਫਿਰ ਖਾਲਸਾ ਰਾਜ ਦਾ ਸਮਾਂ ਆਉਂਦਾ ਹੈ। ਖਾਲਸਾ ਰਾਜ ਦਲ ਖਾਲਸਾ ਦੇ ਰਾਜ ਨੂੰ ਆਪਾਂ ਕਹਿ ਸਕਦੇ ਹਾਂ, ਜਿਹਨੂੰ ਇਤਿਹਾਸਕਾਰ ਮਿਸਲਾਂ ਦਾ ਰਾਜ ਕਹਿੰਦੇ ਨੇ, ਉਹ ਅਸਲ ਵਿੱਚ ਉਹੀ ਖਾਲਸਾ ਰਾਜ ਹੀ ਹੈ। ਤੇ ਇਹ 1747 ਤੋਂ 1792 ਤੱਕ ਤੇ ਫਿਰ 1792 ਤੋਂ ਅੱਗੇ 1849 ਤੱਕ ਜਿਹੜਾ ਖਾਲਸਾ ਰਾਜ ਦਾ ਸਮਾਂ ਬਣਦਾ ਹੈ। ਤੇ ਇਹ ਸਾਰੇ ਸਮੇਂ ਨੂੰ ਇੱਕ ਯੂਨਿਟ ਦੇ ਤੌਰ ਤੇ ਵੇਖਿਆ ਜਾ ਸਕਦਾ ਹੈ। ਤੇ ਅੰਗਰੇਜ਼ ਜਿਹੜੇ ਨੇ ਉਹ ਇਹ ਸਾਰੇ ਕੁਝ ਨੂੰ ਬਹੁਤ ਨੇੜਿਓਂ ਦੇਖ ਰਹੇ ਸਨ ਤੇ ਉਹਨਾਂ ਨੇ ਖਾਲਸਾ ਰਾਜ ਨੂੰ ਰਾਜ ਭਾਗ ਤੱਕ ਪਹੁੰਚਦਿਆਂ ਆਪਣੀਆਂ ਅੱਖਾਂ ਨਾਲ ਡਿੱਠਾ ਸੀਗਾ। ਉਹਨਾਂ ਦੇ ਬਹੁਤ ਸਾਰੇ ਖੁਫੀਆ ਜਾਸੂਸ ਖੁਫੀਆ ਤੌਰ ਤੇ ਵੀ ਤੇ ਪ੍ਰਗਟ ਤੌਰ ਤੇ ਵੀ ਸਾਰੀਆਂ ਰਿਪੋਰਟਾਂ ਤਿਆਰ ਕਰ ਰਹੇ ਸਨ। ਇਸ ਕਰਕੇ ਉਹਨਾਂ ਦੀ ਇਹਦੇ ਬਾਰੇ ਬਹੁਤ ਵੱਡੀ ਸਮਝ ਸੀਗੀ, ਜਿਹਦੇ ਬਾਰੇ ਆਪਾਂ ਇੱਕ ਨੁਕਤਾ ਇੱਥੇ ਵਿਚਾਰਨਾ ਵੀ ਹੈ। ਇਹਦੇ ਵਿੱਚ ਕੁਝ ਆਪਾਂ ਫੈਕਟਸ ਡਿਸਕਸ ਕਰਾਂਗੇ ਤੇ ਕੁਝ ਆਪਾਂ ਉਹਦੀ ਫਿਲਾਸਫੀਕਲ ਵਿਆਖਿਆ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ 1849 ਦੇ ਵਿੱਚ ਜਦੋਂ ਸਾਰਾ ਪ੍ਰਬੰਧ ਅੰਗਰੇਜ਼ਾਂ ਨੇ ਸੰਭਾਲਿਆ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇਹੀ ਕੰਮ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਜੀਆਂ ਦਾ ਕਤਲ ਕੀਤਾ ਔਰ ਅਕਾਲੀਆਂ ਦੇ ਕਤਲੇਆਮ ਹੋਏ। ਜਿਹੜੇ ਵੀ ਸਿੱਖ ਸਰਦਾਰ ਸਨ ਉਹਨਾਂ ਦਾ ਕਿਸੇ ਦਾ ਵੀ ਵਾਲ ਵਿੰਗਾ ਨਹੀਂ ਹੋਇਆ। ਬਹੁਤੇ ਸਿੱਖ ਸਰਦਾਰ ਗਦਾਈਆਂ ਕਰਕੇ ਹਕੂਮਤ ਨਾਲ ਜਾ ਰਲੇ ਤੇ ਉਸ ਤੋਂ ਉਹਦੇ ਵਿੱਚ ਥੋੜੀ ਜਿਹੀ ਹੋਰ ਆਪਾਂ ਵਿਆਖਿਆ ਕਰਨੀ ਚਾਹੁੰਦੇ ਹਾਂ ਕਿ ਇਸ ਸਾਰੇ ਘੱਲੂਘਾਰਿਆਂ ਦੇ ਸਮੇਂ ਵਿੱਚੋਂ ਲੰਘ ਕੇ ਸਿੱਖਾਂ ਦੇ ਵਿੱਚ 4 ਕਿਸਮ ਦੇ ਜਿਹੜੇ ਸਮਾਜਿਕ ਤੌਰ ਤੇ ਵਰਗ ਬਣ ਗਏ ਸਨ। ਇੱਕ ਅਕਾਲੀ ਸਨ ਜਿਹੜੇ ਗੁਰੂ ਦੇ ਹੁਕਮ ਤੋਂ ਨਿਸ਼ਕਾਮ ਆਪਣਾ ਆਪਾ ਵਾਰਨ ਲਈ ਹਰਦਮ ਤਿਆਰ ਰਹਿੰਦੇ ਸਨ। ਇੱਕ ਰਾਠ ਸਿੱਖ ਸਨ ਜੋ ਰਾਜਨੀਤਿਕ ਆਕਾਂਖਿਆ ਰੱਖਦੇ ਸੀਗੇ, ਰਾਜਨੀਤਿਕ ਤੌਰ ਦੇ ਉੱਤੇ ਇੱਥੇ ਸੱਤਾ ਸਥਾਪਿਤ ਕਰਨੀ ਚਾਹੁੰਦੇ ਸੀਗੇ, ਉਹਨਾਂ ਨੂੰ ਆਪਾਂ ਰਾਠ ਸਿੱਖ ਕਹਿ ਸਕਦੇ ਹਾਂ। ਇੱਕ ਸਨ ਜਿਹੜੇ ਨੌਕਰੀ ਪੇਸ਼ਾ ਹਕੂਮਤ ਵਿੱਚ ਨੌਕਰੀ ਵੀ ਕਰਦੇ ਸਨ, ਅੰਦਰੋਂ ਪੰਥਕ ਜਜ਼ਬਾ ਵੀ ਰੱਖਦੇ ਸਨ, ਜਿਵੇਂ ਭਾਈ ਸ਼ਵੇਕ ਸਿੰਘ ਜਿਹੜੇ ਬਾਅਦ ਵਿੱਚੋਂ ਬਹੁਤ ਵੱਡੀ ਸ਼ਹਾਦਤ ਵੀ ਦਿੰਦੇ ਆ। ਜਿਹੜੇ ਨਵਾਬੀ ਦੀ ਤਸ਼ਤਰੀ ਲੈ ਕੇ ਆਏ ਸਨ ਉਹ ਹਕੂਮਤ ਦੀ ਚਾਕਰੀ ਕਰਦੇ ਸਨ, ਇਸ ਕਰਕੇ ਉਹਨਾਂ ਨੂੰ ਚਕਰੈਲ ਸਿੱਖ ਕਿਹਾ ਜਾਂਦਾ ਸੀਗਾ। ਤੇ ਚੌਥਾ ਜਿਹੜਾ ਸੀਗਾ ਉਹ ਆਮ ਮਿਲਵਰਤਨੀਆਂ ਸਿੱਖਾਂ ਦਾ ਆਪਾਂ ਇੱਕ ਵਰਗ ਕਹਿ ਸਕਦੇ ਹਾਂ, ਜਿਹੜੇ ਘਰ ਗ੍ਰਸਤੀ ਵਿੱਚ ਰਹਿੰਦੇ ਸਨ, ਉਹ ਸਿੰਘਾਂ ਦੀ ਮਦਦ ਵੀ ਕਰਦੇ ਸਨ, ਪ੍ਰਸ਼ਾਦਾ ਪਾਣੀ ਵੀ ਪਹੁੰਚਾਉਂਦੇ ਸਨ। ਤੇ ਅੰਗਰੇਜ਼ਾਂ ਨੇ ਇਸ ਸਾਰੇ ਸਟਰਕਚਰ ਨੂੰ ਸਮਝਿਆ ਤੇ ਆਉਣ ਸਾਰ ਉਹਨਾਂ ਨੇ ਪਹਿਲਾ ਕੰਮ ਇਹ ਕੀਤਾ ਕਿ ਜਿਹੜੇ ਇਹ 4 ਥੰਮ ਸੀਗੇ ਸਿੱਖ ਸੁਸਾਇਟੀ ਦੇ, ਇਹ ਚੋਂ ਇੱਕ ਥੰਮ ਨੂੰ ਤੋੜ ਦਿੱਤਾ ਤੇ ਉਹਨਾਂ ਨੇ ਅਕਾਲੀਆਂ ਦਾ ਖਾਤਮਾ ਕੀਤਾ, ਜਿਹਦੀ ਵਿਥਿਆ ਆਪ ਜੀ ਸਾਰੀ ਸੁਣ ਚੁੱਕੇ ਹੋ। ਤੋ ਜਦੋਂ ਅੰਗਰੇਜ਼ਾਂ ਦੇ ਕੋਲ ਇਹ ਸਾਰਾ ਪ੍ਰਬੰਧ ਆਉਂਦਾ ਹੈ 1849 ਤੋਂ ਬਾਅਦ, ਤਾਂ ਉਹ ਕੁਝ ਸਮਾਂ ਇੱਥੇ ਆਪਣੇ ਪੁਜਾਰੀਆਂ ਨੂੰ ਇਸ ਪ੍ਰਬੰਧ ਦੇ ਦਿੰਦੇ ਨੇ ਤੇ ਅਕਾਲ ਤਖਤ ਸਾਹਿਬ ਔਰ ਹਰਿਮੰਦਰ ਸਾਹਿਬ ਦੇ ਪ੍ਰਬੰਧ ਨੂੰ ਵੱਖਰੇ ਵੱਖਰੇ ਕਰਨ ਦੀ ਥਾਂ ਤੇ ਇੱਕੋ ਹੀ ਪ੍ਰਬੰਧਕੀ ਨਿਜ਼ਾਮ ਹੇਠ ਲਿਆਉਂਦੇ ਨੇ। ਇੱਥੋਂ ਥੋੜੀ ਜਿਹੀ ਗੱਲ ਜਿਹੜੀ ਆ ਉਹ ਨਵੇਂ ਤਰੀਕੇ ਨਾਲ ਤੁਰਨੀ ਸ਼ੁਰੂ ਹੁੰਦੀ ਹੈ। ਤੇ 1920 ਵਿੱਚ ਉੱਠੀ ਅਕਾਲੀ ਲਹਿਰ 1925 ਦੇ ਗੁਰਦੁਆਰਾ ਐਕਟ ਦੇ ਰੂਪ ਵਿੱਚ ਨਵਾਂ ਪ੍ਰਬੰਧਕੀ ਨਿਜ਼ਾਮ ਲੈ ਆਈ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਸਧਾਰਨ ਮਨੁੱਖਾਂ ਵੱਲੋਂ ਸਾਜੇ ਕਾਨੂੰਨ ਜਿਹੜਾ ਕਨਵੈਨਸ਼ਨਲ ਲਾਅ ਆ ਉਹਦੇ ਅਧੀਨ ਲਿਆਂਦਾ ਗਿਆ।
ਇਹ ਸਾਰਾ ਕੁਝ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਹੋਇਆ। तो कन्वेंशनल लॉ के संबंधी आपां नूं ये विचारना चाहिए कि दो तरह के लॉ ने, एक नैचुरल लॉ ने तो एक कन्वेंशनल लॉज ने। जिहड़े कन्वेंशनल लॉ आ वो इस अकाली बाणी उपर और श्री अकाल तख्त साहब उपर लागू नहीं हो सकते। ये साडी मूल धारणा है जिथों अपनी गल अगे तुरनी है। तो अंग्रेज़ों ने क्योंकि उन्होंने कोल पार्लीमेंटरी सिस्टम सीगा, वो रूल ऑफ लॉ की गल करते सन, इस करके उन्होंने सिखां नूं भी रूल ऑफ लॉ सिखाया। और उन्होंने एक बड़ा बड़ा प्रोजेक्ट सीगा कि जिहदे विच वो पूरी दुनिया नूं वैसटर्न मॉडल के उत्ते एजुकेट करके वैसटर्नाइज करना चाहते सन। तो ये जिहड़ा यूरोसेंट्रिक वैसटर्नाइज करने का प्रोजेक्ट है, जिन्होंने वाइट मैनस बर्डन भी वो कहते हैं, उस प्रोजेक्ट को लागू करने के लिए भी ये सारा कुछ सिखां नूं सिखाया जा रहा सीगा ताकि अपना प्रबंध मॉडर्न तरीके नाल करन ते कानून बना के अकाल तख्त साहब ते गुरु ग्रंथ साहब नूं किसी दुनियावी तख्त के हेठ लैके आउण। तो ये अगे सिखां ने कोई चीज़ां सीख के वो रोग लवाए, उहदी आपां विचार करनी है। श्री अकाल तख्त साहब के प्रबंध संबंधी एक विचारन वाली गल है कि यह गुरुद्वारा साहब नहीं है। श्री अकाल तख्त साहब एक गुरुद्वारा नहीं है, इस करके जो गुरुद्वारा एक्ट है वह भी ये लागू नहीं हो सकता। तो हमेशा ही श्री अकाल तख्त साहब का प्रबंध जोड़ा वो एक जत्थे नूं दिता जाता रहा। तो वह जत्थे का भाव है कि कलैक्टिव लीडरशिप है, मतलब कि सांझी जथेबंदी के रूप में अकाल तख्त साहब का प्रबंध होता है। तो ये कुछ बेसिक प्रिंसीपल ने जिन्होंने विचारे तो बिना आप अगे नहीं चलते। तो उस तो अगे थोड़ी जी विचार सरबत खालसा बारे। तो सरबत खालसा एक इहो जी संस्था है जिस तो बिना खालसा जी का इस जगत के विच जलवा जिहड़ा आ गुरु खालसा पंथ वजों वो प्रगट नहीं हो सकता। खालसा उंज इत्थे रह सकता है, एक सोशल आइडेंटिटी के तौर पर, एक सोशल एंटिटी के तौर पर रहेगा, एक समाजिक वर्ग बन के रहेगा। पर जे वो गुरु खालसा पंथ की अजमत नूं प्रगट करना चाहुंदा है तो फिर उसनूं ये चीज़ां ते दोबारा आउणा पएगा जिहदे सरबत खालसा ते गुरमता है। इसकी थोड़ी जी जुगत मैं आप जी नाल सांझी करदा कि सरबत खालसा का अर्थ है सिੱਖੀ दे धरतियां दे आखिरी कोने तक होए पसार की नुमाइंदगी करना। इस कार्य लई श्री अकाल तख्त साहब उपर श्री गुरु ग्रंथ साहब जी की हजूरी में सरबत खालसा समागम बुलाया जाता है। तो इसका अमल जिहड़ा वो इवें हुंदा है कि सरबत खालसा समागम समय एक सिंह जो आम तौर पर बजुर्ग ते सर्व परवाना सत्कारयोग हस्ती हुंदा है, वो खालसा जी नूं सरबत खालसा विच विचारे जाने वाले मुद्दे संबंधी जाणू कराउंदा है उठ के। ते उस तो बाद वो उसे ही इकट्ठ विचों 5 सिंह चुनदा है जिन्हों वो सरबत खालसा की अगवाई करने लई गुरु महाराज की ताब्या विच बिठाया जाता है। तो ये परंपरा जिहड़ी है ये गुरु कलगीधर पातशाह ने सिखां नूं सिखाई है कि जदों गुरु महाराज जी ने 5 प्यारे साजे हैं और उन्होंने मत्था टेकिया है और आपे गुरचेला खवाया है, उहदे विच इहदा भेत पिया होया है। जदों हजूर साहब विखे गुरु गुरियाई जिहड़ी है गुरु ग्रंथ साहब वाले गुरु पंथ नूं दित्ती जाती है, उस वेले भी 5 तैयार बर तैयार सिंह और श्री गुरु ग्रंथ साहब इन्हां नूं इकट्ठे रूप में गुरियाई दित्ती गई है। इस करके ये शब्द प्रचलित होया गुरु खालसा पंथ। तो ये जिहड़ा इहनूं जोड़ के समझना पएगा, पहलां इहदे विच उतरना पएगा कि ये गुरु की साजी नवाजी चीज़ है। ये कोई सिखां ने अपनी मर्जी नाल कोई चीज़ां पैदा नहीं कीतियां, ये कोई एवोल्यूशन नहीं है, ये भी धुर दरगाह तो ही आया। गुरु का फरमान है, जिवें बाणी आई है उवें ये सारा कुछ आया है। तो ये गुरु खालसा पंथ भी उवें गुरु का वरोस आया होया है, जिहदे अगे गुरु मत्था टेकदा है, जिन्होंने गुरु कहता है मेरा सतगुर पूरा है। तो जिहड़ा सतगुर पूरा है उहदा दृश्य कंप्लीट नहीं है साडी सुरत दे विच। उत्थे असीं केवल गुरु ग्रंथ साहब का प्रकाश जिहड़ा उसनूं दिखा रहे हाँ। और हुण कुछ चीज़ां ऐसियां, एक अंग्रेज़ पेंटर ने भी एक पेंटिंग बनाई है, जो कुछ ऐसियां चीज़ां होर नवीं आ रही ने, कुछ व्याख्यावां आ रही ने, कुछ एक थावां ते विरले टावें यतन हो रहे हैं। परंतु बजवें रूप में इस गल नूं खालसा पंथ अजे रियलाइज़ नहीं कर रहा कि उन्होंने गुरु खालसा पंथ की अजमत नूं प्रगट करने लई दोबारा अपनी चीज़ां जिहड़ियां वो लागू करवानी चाहिए। तो वो जिहड़ा सिंह है जिहड़ा आवाज़ दिंदा है, मुद्दे तो जाणू कराउंदा है, ते 5 सिंघां की चोण करदा है, वो नाल ही संगत नूं ये पुछदा है कि इन्हां 5 सिंघां दे 5 प्यारिਆਂ वजों चुणे जाण ते किसी नूं कोई इतराज़ है तां वो इतराज़ उठा सकदा है। जिसने उन्हां सिंघां दे विच कोई ऊणताई कोई कचिआई वेखी होवे जिहदा करके वो संपूर्ण खालसा ना होण ते 5 प्यारिਆਂ दे रूप विच पंथ की अगवाई ना कर सकदे होण, जदों कोई इतराज़ ना आवे तां वो 5 सिंह गुरु महाराज दी ताब्या बैठ जांदे ते फिर ये कार्रवाई अगे चलदी। तो इस तरह ये समय विच हुंदा रहा। ते कुछ एक
ਗੱਲਾਂ ਇਹਦੇ ਬਾਰੇ ਆਪਾਂ ਮਾਡਰਨ ਭਾਸ਼ਾ ਵਿੱਚ ਕਰ ਲੈਂਦੇ ਆ ਕਿ ਕਿਉਂਕਿ ਹੁਣ ਸਿੱਖਾਂ ਨੂੰ ਪ੍ਰੈਕਟਿਸ ਇੰਨੀ ਹੋ ਗਈ ਆ ਵੀ ਇਹਨਾਂ ਨੂੰ ਬਹੁਤੀ ਗੱਲ ਜਿਹੜੀ ਆ ਉਹ ਆਪਣੇ ਬੰਦੇ ਸਮਝਦੇ ਹੀ ਤਾਂ ਆ ਜੇ ਉਹ ਮਾਡਰਨ ਜਿਹੜਾ ਪੋਲੀਟੀਕਲ ਸਿਸਟਮ ਆ ਉਹਦੀ ਟਰਮੀਨੋਲੋਜੀ ਵਿੱਚ ਕੀਤੀ ਜਾਵੇ। ਤਾਂ ਮਾਡਰਨ ਪੋਲੀਟੀਕਲ ਸਿਸਟਮ ਦੇ ਵਿੱਚ ਲੋਕਤੰਤਰ ਜਿਹੜਾ ਆ, ਜਮਹੂਰੀਅਤ ਆ, ਇਹਦਾ ਬੋਲਬਾਲਾ ਹੈ। ਇਸ ਕਰਕੇ ਜੇ ਵੇਖਿਆ ਜਾਵੇ ਤਾਂ ਇਹ ਜਿਹੜੀ ਸਾਰਿਆਂ ਦੀ ਸਿੱਧੀ ਸ਼ਮੂਲੀਅਤ, ਸਾਰਿਆਂ ਦੀ ਨੁਮਾਇੰਦਗੀ ਦੇ ਰਾਹੀਂ ਸ਼ਮੂਲੀਅਤ ਕਰਕੇ ਇੱਕ ਫੈਸਲਾ ਕਰਨ ਦੀ ਜਿਹੜੀ ਪ੍ਰਣਾਲੀ ਹੈ, ਜਿਹਦੇ ਵਿੱਚ ਫੈਸਲੇ ਲਏ ਜਾਂਦੇ ਨੇ ਤੇ ਆਗੂ ਚੁਣੇ ਜਾਂਦੇ ਨੇ, ਮੁਹਿੰਮਾਂ ਸੰਬੰਧੀ ਫੈਸਲੇ ਹੁੰਦੇ ਨੇ, ਹੋਰ ਕਈ ਤਰ੍ਹਾਂ ਦੇ ਖਾਲਸੇ ਨੇ ਜਿਹੜੇ ਐਕਸ਼ਨ ਲੈਣੇ ਆ ਉਹਨਾਂ ਦੇ ਫੈਸਲੇ ਹੁੰਦੇ ਨੇ, ਤਾਂ ਉਹਦੇ ਵਿੱਚ ਇੱਕ ਕਿਸਮ ਦਾ ਇਹ ਜਮਹੂਰੀ ਪ੍ਰਬੰਧ ਹੈ। ਜੇ ਆਪਾਂ ਨੂੰ ਮਾਡਰਨ ਲੈਂਗੁਏਜ ਵਿੱਚ ਦੀ ਗੱਲ ਕਰਨੀ ਹੋਵੇ ਤਾਂ ਕਰ ਸਕਦੇ ਹਾਂ। ਤਾਂ ਕੁਝ ਇੱਕ ਪ੍ਰਮੁੱਖ ਸਰਬੱਤ ਖਾਲਸਾ ਤੇ ਗੁਰਮਤੇ ਉਹ ਮੈਂ ਤੁਹਾਡੀ ਨਜ਼ਰ ਲਿਆਉਣਾ ਚਾਹੁੰਦਾ ਕਿ 1734 ਵਿੱਚ ਸਰਦਾਰ ਕਪੂਰ ਸਿੰਘ ਨੂੰ ਨਵਾਬੀ ਦੇਣ ਦਾ ਗੁਰਮਤਾ ਹੋਇਆ। 1746 ਵਿੱਚ ਸਰਬੱਤ ਖਾਲਸਾ ਰਾਹੀਂ ਸਮੁੱਚੀ ਪੰਥਕ ਸ਼ਕਤੀ ਨੂੰ 5 ਜਥਿਆਂ ਵਿੱਚ ਵੰਡਣ ਦਾ ਗੁਰਮਤਾ ਹੋਇਆ। 30 ਮਾਰਚ 1747 ਦੀ ਵਿਸਾਖੀ ਨੂੰ ਰਾਮ ਰੌਣੀ ਦੀ ਉਸਾਰੀ ਦਾ ਗੁਰਮਤਾ ਹੋਇਆ। ਇਹਦੇ ਵਿੱਚ ਹੀ 1747 ਦੀ ਵਿਸਾਖੀ ਤੇ ਹੀ ਫਿਰ ਸਰਬੱਤ ਖਾਲਸਾ ਵਿੱਚ ਜਥੇਬੰਦੀ ਜਿਹੜੀ 25 ਜਥਿਆਂ ਵਿੱਚ ਵੰਡੀ ਗਈ ਸੀਗੀ ਉਹਨੂੰ ਦੁਬਾਰਾ ਰੀਆਰਗੇਨਾਈਜ਼ ਕੀਤਾ ਗਿਆ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਉਹਦਾ ਆਗੂ ਚੁਣਿਆ ਗਿਆ ਤੇ ਉਹਨਾਂ ਦੀ ਅਗਵਾਈ ਹੇਠ ਫਿਰ 11 ਜਥੇ ਬਣਾਏ ਗਏ। 1746-47 ਵਿੱਚ ਤੈਮੂਰ ਸ਼ਾਹ ਉੱਪਰ ਸਾਂਝਾ ਹਮਲਾ ਕਰਨ ਦਾ ਗੁਰਮਤਾ ਕੀਤਾ ਗਿਆ। 7 ਨਵੰਬਰ 1760 ਦੀਵਾਲੀ ਮੌਕੇ ਸਰਬੱਤ ਖਾਲਸਾ ਕਰਕੇ ਲਾਹੌਰ ਉੱਪਰ ਸਾਂਝਾ ਕਬਜ਼ਾ ਕਰਨ ਦਾ ਗੁਰਮਤਾ ਕੀਤਾ ਗਿਆ। ਤੋਂ ਇਸੇ ਤਰ੍ਹਾਂ 17 ਅਕਤੂਬਰ ਦੇ 1761 ਵਿੱਚ ਵਿਸਾਖੀ ਤੋਂ ਇਲਾਵਾ ਕਿਸੇ ਹੋਰ ਦਿਨ ਤੇ ਸਰਬੱਤ ਖਾਲਸਾ ਕਰਕੇ ਜਿਹੜੇ ਅਬਦਾਲੀ ਦੀ ਸਹਾਇਤਾ ਕਰਨ ਵਾਲੇ ਲੋਕ ਸਨ, ਜਿਨ੍ਹਾਂ ਨੇ ਅਬਦਾਲੀ ਦੇ ਆਉਣ ਤੇ ਇੱਥੇ ਦਾ ਸਾਥ ਦਿੱਤਾ ਸੀ, ਉਹਨਾਂ ਨੂੰ ਸੋਧਣ ਦਾ ਗੁਰਮਤਾ ਅਕਾਲ ਤਖਤ ਸਾਹਿਬ ਤੇ ਕੀਤਾ ਗਿਆ। 10 ਅਪ੍ਰੈਲ 1743 ਦੀ ਵਿਸਾਖੀ ਤੇ ਸਰਬੱਤ ਖਾਲਸਾ ਸਮਾਗਮ ਸਮੇਂ ਕਸੂਰ ਦੇ ਨਵਾਬ ਉਸਮਾਨ ਖਾਨ ਪਾਸੋਂ ਬਾਹਮਣ ਦੀ ਪਤਨੀ ਨੂੰ ਛੁਡਾ ਕੇ ਲਿਆਉਣ ਦਾ ਗੁਰਮਤਾ ਕੀਤਾ ਗਿਆ। 1764 ਦੀ ਵਿਸਾਖੀ ਤੇ ਸਰਬੱਤ ਖਾਲਸਾ ਰਾਹੀਂ ਲਾਹੌਰ ਉੱਪਰ ਕਬਜ਼ਾ ਕਰਨ ਤੇ ਖਾਲਸੇ ਦਾ ਸਿੱਕਾ ਚਾਲੂ ਕਰਨ ਦਾ ਗੁਰਮਤਾ ਕੀਤਾ ਗਿਆ। ਇਸ ਤਰ੍ਹਾਂ ਬਹੁਤ ਸਾਰੇ ਗੁਰਮਤੇ ਨੇ। ਇਹਨਾਂ ਹੀ ਗੁਰਮਤਿਆਂ ਦੀ ਲੜੀ ਦੇ ਵਿੱਚ 1792 ਦੇ ਵਿੱਚ ਜਿਹੜਾ ਆ ਉਹ ਸਰਬੱਤ ਖਾਲਸਾ ਸਮਾਗਮ ਕਰਕੇ ਸ਼ੁਕਰ ਚੱਕੀਆ ਮਿਸਲ ਦੇ ਮੁਖੀ ਰਣਜੀਤ ਸਿੰਘ ਨੂੰ ਸਾਂਝਾ ਨੇਤਾ ਚੁਣਿਆ ਗਿਆ, ਜਿਨੇ ਸ਼ਾਹ ਜ਼ਮਾਨ ਨੂੰ ਜਾ ਕੇ ਹਰਾਇਆ। ਉਸ ਨੂੰ ਸੰਮਣ ਬੁਰਜ ਦੇ ਵਿੱਚ ਜਾ ਕੇ ਲਲਕਾਰਿਆ ਕਿ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਵੰਗਾਰਦਾ ਹੈ ਤੇ ਬਾਹਰ ਨਿਕਲ। ਔਰ ਰਾਤ ਦੇ ਹਨੇਰੇ ਵਿੱਚ ਉਹ ਉੱਥੋਂ ਦੌੜ ਗਿਆ ਸੀਗਾ। ਮਹਾਰਾਜਾ ਰਣਜੀਤ ਸਿੰਘ ਦਾ ਉਹਨੇ ਸਾਹਮਣਾ ਨਹੀਂ ਸੀ ਕੀਤਾ। ਤਾਂ ਇਹ ਗੁਰਮਤੇ ਸਨ, ਸਰਬੱਤ ਖਾਲਸਾ ਸਮਾਗਮ ਸਨ, ਜਿਨ੍ਹਾਂ ਦੇ ਰਾਹੀਂ ਇਹ ਸਾਰਾ ਕੁਝ ਚੱਲ ਰਿਹਾ ਸੀਗਾ। ਤੇ ਅੰਗਰੇਜ਼ ਕਿਉਂਕਿ ਉਹ ਕੁਛ ਤੇ ਉਹਨਾਂ ਦੇ ਵਿੱਚੋਂ ਐਸੀਆਂ ਬਰਾਦਰੀਆਂ ਨੇ ਅੰਗਰੇਜ਼ਾਂ ਦੇ ਵਿੱਚੋਂ ਜਿਹੜੇ ਸਿਰਫ ਐਡਵੈਂਚਰ ਕਰਨ ਦੇ ਲਈ, ਨਵੀਆਂ ਕਾਢਾਂ ਕੱਢਣ ਦੇ ਲਈ ਤੁਰ ਪਏ ਤੇ ਉਹਨਾਂ ਨੇ ਹੋਰ ਧਰਤੀਆਂ ਦੀ ਖੋਜ ਕੀਤੀ। ਤੇ ਪਰ ਇੱਕ ਮੁੱਢਲੀ ਲੋੜ ਵੀ ਸੀਗੀ ਤੇ ਕਿ ਜਿਹੜੇ ਇਹ ਵੈਸਟਰਨ ਸਾਰੀ ਸਭਿਅਤਾ ਆ ਉਹਦੇ ਵਿੱਚ ਵਪਾਰ ਦਾ ਬਹੁਤ ਵੱਡਾ ਥਾਂ ਆ। ਇਸ ਕਰਕੇ ਵਪਾਰ ਲਈ ਉਹਨਾਂ ਨੂੰ ਨਵੀਆਂ ਮੰਡੀਆਂ ਦੀ ਲੋੜ ਸੀ ਤੇ ਇਹਦੇ ਵਿੱਚ ਉਹਨਾਂ ਨੇ ਹਿੰਦੁਸਤਾਨ ਦੀ ਲੱਭਤ ਕੀਤੀ ਤੇ ਇੱਥੇ ਆ ਕੇ ਉਹਨੇ ਆਪਣਾ ਨਿਜ਼ਾਮ ਜਿਹੜਾ ਬੰਗਾਲ ਵਾਲੇ ਪਾਸੋਂ ਸਥਾਪਿਤ ਕੀਤਾ। ਪਰ ਉੱਥੇ ਬੈਠ ਕੇ ਉਹ ਸਿੱਖਾਂ ਨੂੰ ਦੇਖ ਰਹੇ ਸਨ। ਹੁਣ ਤੇ ਕਿਤਾਬਾਂ ਛਪੀਆਂ ਹੋਈਆਂ ਵੀ ਮਿਲ ਜਾਂਦੀਆਂ ਨੇ ਕਿ 100 ਸਾਲ ਲਗਭਗ ਉਹਨਾਂ ਨੇ ਸਿੱਖਾਂ ਦੇ ਉੱਤੇ ਅੱਖ ਗੱਡ ਕੇ ਰੱਖੀ ਔਰ ਉਹਨਾਂ ਦੀ ਹਰ ਹਰਕਤ ਨੂੰ ਨੋਟ ਕੀਤਾ। ਔਰ ਉਹ ਸਾਰੀਆਂ ਜਿਹੜੀਆਂ ਸੀਕ੍ਰੇਟ ਰਿਪੋਰਟਸ ਨੇ, ਚਿੱਠੀਆਂ ਨੇ ਜਿਹੜੀਆਂ ਪਿੱਛੇ ਘੱਲੀਆਂ ਗਈਆਂ, ਉਹ 'ਚੋਂ ਬਹੁਤ ਸਾਰਾ ਹਿੱਸਾ ਜਨਤਕ ਹੋ ਚੁੱਕਾ ਤੇ ਛਪਿਆ, ਤੁਸੀਂ ਪੜ੍ਹ ਸਕਦੇ ਹੋ। ਤਾਂ ਅੰਗਰੇਜ਼ਾਂ ਨੇ ਸਰਕਾਰ ਖਾਲਸਾ ਦੀ ਜਿਹੜੀ ਉਹ ਸਮਝ ਹੈ ਉਹ ਇਸ ਤਰ੍ਹਾਂ ਮਹਿਸੂਸ ਕੀਤੀ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਤਾਕਤ ਦਿੱਤੀ ਗਈ ਹੈ ਤੇ ਉਹਦੀ ਜਿਹੜੀ ਅਸਲ ਸ਼ਕਤੀ ਹੈ ਉਹ ਅਕਾਲੀਆਂ ਦੇ ਕੋਲ ਹੈ। ਤੇ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਕੋਈ ਗੱਲ ਮਨਵਾਉਣੀ ਹੁੰਦੀ ਸੀਗੀ ਤੇ ਅਕਾਲੀ ਉਹ ਗੱਲ ਸਹਿਜੇ ਹੀ ਮਨਵਾ ਲੈਂਦੇ ਸਨ। ਔਰ ਇੱਕ ਹੋਰ ਅਲੋਕਾਰ ਘਟਨਾ ਵਾਪਰੀ ਜਦੋਂ ਉਹਨਾਂ ਨੇ ਰਣਜੀਤ ਸਿੰਘ ਨੂੰ ਇਮਲੀ ਦੇ ਰੁੱਖ ਨਾਲ ਬੰਨ੍ਹ ਕੇ ਕੋੜੇ ਮਾਰਨ ਦੀ ਸਜ਼ਾ ਦਿੱਤੀ ਤੇ ਉਹਨੇ ਚੁੱਪਚਾਪ ਸਿਰ ਨਵਾ ਕੇ ਸਜ਼ਾ ਨੂੰ ਪ੍ਰਵਾਨ ਕੀਤਾ ਤੇ ਆਪਣੇ ਆਪ ਨੂੰ ਇਮਲੀ ਦੇ ਰੁੱਖ ਨਾਲ ਬੰਨ੍ਹਣ ਲਈ ਪੇਸ਼ ਕਰ ਦਿੱਤਾ। ਔਰ ਅਕਾਲੀਆਂ ਨੇ ਉਹਨੂੰ ਇਮਲੀ ਦੇ ਰੁੱਖ ਨਾਲ ਬੰਨ੍ਹ ਵੀ ਦਿੱਤਾ, ਪਰ ਫਿਰ ਉਸ ਨੂੰ ਕੋੜੇ ਨਹੀਂ ਮਾਰੇ ਗਏ। ਪਰ ਇਸ ਗੱਲ ਤੋਂ ਉਹ ਹੈਰਾਨ ਬਹੁਤ ਹੋਏ ਕਿਉਂਕਿ ਉੱਥੇ ਉਸ ਤੋਂ ਪਹਿਲਾਂ ਜਿਹੜਾ ਮੁਗਲ ਸਲਤਨਤ ਸੀਗੀ ਉਹਦੇ ਵਿੱਚ ਕੋਰਨਿਸ਼ ਕੀਤੀ ਜਾਂਦੀ ਸੀਗੀ। ਜਿਹੜਾ ਸੁਲਤਾਨ ਹੁੰਦਾ ਸੀਗਾ ਉਸ ਨੂੰ ਕੋਰਨਿਸ਼ ਕਰਦੇ ਸਨ। ਕੋਰਨਿਸ਼ ਦਾ ਭਾਵ ਹੈ ਕਿ ਜਿੱਥੋਂ ਤੱਕ ਉਸ ਸੁਲਤਾਨ ਦਾ ਦਰਬਾਰ ਲੰਬਾ ਹੈ ਉੱਥੋਂ ਤੱਕ ਉਹਨਾਂ ਨੇ ਪੁੱਠੇ ਪੈਰੀਂ ਤੁਰਦਿਆਂ ਹੋਇਆਂ ਇਸ ਤਰ੍ਹਾਂ ਸਲਾਮ ਕਰਦਿਆਂ, ਝੁੱਕ ਕੇ ਸਲਾਮ ਕਰਦਿਆਂ ਜਾਣਾ, ਇਹਨੂੰ ਕੋਰਨਿਸ਼ ਕਹਿੰਦੇ ਨੇ। ਤੇ ਇਹ ਚੀਜ਼ ਜਦੋਂ ਰੋਮ ਦੇ ਸ਼ਹਿਨਸ਼ਾਹ ਦੇ ਦਰਬਾਰ ਵਿੱਚ ਵੀ ਇਸੇ ਤਰ੍ਹਾਂ ਹੁੰਦਾ ਤੇ ਜਿਹੜੇ ਸਨ ਜਿਹੜੇ ਮੰਗੋਲ ਨੇ ਉਹਨਾਂ ਦੇ ਦਰਬਾਰ ਵਿੱਚ ਜਿਹੜਾ ਉਹਨਾਂ ਦਾ ਸੁਲਤਾਨ ਹੁੰਦਾ ਸੀਗਾ ਉਹਦੇ ਕੋਲ ਜਾਣ ਲਈ ਗੋਡਿਆਂ ਪਰਲੇ ਰੀਂਗ ਕੇ ਜਾਣਾ ਪੈਂਦਾ ਸੀਗਾ। ਤੇ ਜਿਹੜਾ ਬ੍ਰਿਟਿਸ਼ ਕਰਾਊਨ ਸੀਗਾ ਉਹਦੇ ਸਾਹਮਣੇ ਵੀ ਬਹੁਤ ਜ਼ਿਆਦਾ ਝੁੱਕ ਕੇ
ਜਾਣਾ ਪੈਂਦਾ ਸੀਗਾ ਤੇ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਲੱਗ ਰਹੀ ਕਿ ਐਡਾ ਤਕੜਾ ਮੁਨਾਰਕ ਹੋਵੇ, ਐਡੀ ਉਹਦੀ ਏਸ਼ੀਆ ਦੇ ਵਿੱਚ ਵੱਡੀ ਫੌਜ ਹੋਵੇ ਤੇ ਉਹਨੂੰ ਇੱਕ ਸਧਾਰਨ ਅਕਾਲੀ ਜਿਨ੍ਹਾਂ ਦਾ 1500 2000 ਬੰਦਾ ਹੈ ਤੇ ਉਹਨੂੰ ਕਿਸ ਤਰ੍ਹਾਂ ਉਹ ਡਿਕਟੇਟ ਕਰਦੇ ਨੇ ਤੇ ਉਹਦੇ ਉੱਤੇ ਰੂਲ ਕਰਦੇ ਨੇ ਤੇ ਉਹ ਆਪਣੀ ਮਰਜ਼ੀ ਚਲਾਉਂਦੇ ਨੇ। ਇਹ ਹੋ ਕੀ ਰਿਹਾ ਉਹਨਾਂ ਦੀ ਸਮਝ ਨਹੀਂ ਸੀ। ਇਸ ਕਰਕੇ ਉਹਨਾਂ ਨੇ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਆਖਰ ਅਕਾਲ ਤਖਤ ਦੇ ਕੋਲ ਇੰਨੀ ਵੱਡੀ ਸ਼ਕਤੀ ਆਉਂਦੀ ਕਿੱਥੋਂ ਹੈ। ਤਾਂ ਉਹ ਸਾਰਾ ਸਮਝ ਕੇ ਉਹਨਾਂ ਨੇ ਫਿਰ ਅਕਾਲ ਤਖਤ ਸਾਹਿਬ ਦਾ ਸਾਰਾ ਪ੍ਰਬੰਧ ਜਦੋਂ ਉਹਨਾਂ ਦੇ ਕੋਲ ਆਇਆ ਤਾਂ ਉਹਨਾਂ ਨੇ ਤਹਿਸ ਨਹਿਸ ਕੀਤਾ। ਉਹ ਕਿਵੇਂ ਕੀਤਾ? तो अंग्रेजों वालों महाराजा रणजीत सिंह ते सरकार खालसा की असल शक्ति का अध्ययन किया गया ते इस अध्ययन विचों उन्होंने इस नतीजे उपर पहुंचे कि सरकार खालसा की असल शक्ति लाहौर दरबार विच नहीं बल्कि श्री अकाल तख्त साहिब विच निहित है अते यह शक्ति अकाली फूला सिंह दे जथे राहीं जलवानुमा हुंदी है। सिंह साहब रणजीत सिंह उन्हां दा जिहड़ा नाम सीगा उस वेले तक फकीर अजीजुद्दीन के परिवार वालों भी जोड़े दस्तावेज प्राप्त हुए हैं उन्होंने भी उन्होंने जोड़े महाराजा तो छोटी उम्र के ने सिंह साहब कहते हैं तो जोड़े उन्होंने तो वड्डी उम्र के ने उन्होंने भाई जी कहते हैं। तो उन्होंने महाराजा जोड़ा है बाद इतिहासकारां ने जां होर किसी परंपराकार कित्थों कहना शुरू होया। तो महाराजा कहण दे नाल भी जिहड़ी खालसे दी हन्ने हन्ने मीरी है तो ये सिद्धांत नूं जरब पहुँचती है। तो यह भी सानू कुछ चीज़ां जिहड़ियां विचारनियां चाहिए ने। तो अकाली फूला सिंह दी वो ताबेदारी प्रवान करता सीगा, श्री अकाल तख्त साहब तो होए फरमान अगे निमरता सहित सिर झुकाउंदा सीगा। इस करके अंग्रेज बहुत हैरान सन ते वो भमत्तरे होए ये नहीं समझ पा रहे सन कि एशिया के इन्ने शक्तिशाली महाराजे नूं कुछ अकालियां वालों किवें सज़ा दित्ती जा सकती है। ते इसलिए उन्होंने इस शक्ति के धुरे नूं तोड़न लई विरोधबंदी की ते कुछ घटनावां भी इहो जिहियां वापरियां जिहदा करके उन्होंने अकाली फूला सिंह की गिरफ्तारी मंगनी शुरू कर दी। जिहदा कुछ वर्णन आपने सुन लिया ते इस तरह दी कुछ घटनावां जिहड़ियां सन क्योंकि अकाली फूला सिंह बहुत उन्होंने खबरदार करते रहते सन तो उन्होंने फिर एक बार गुस्से होकर नाराज होकर आनंदपुर साहब चले गए। उत्थे कोई एक जींद की किसी और रियासत का प्रिंस सीगा कोई उत्थे गद्दी के झगड़े तो उन्होंने कोल आ गया। अंग्रेज़ों ने उन्होंने वापस मंगया तो अकाली जी ने कहा कि जो खालसे की शरण आवे उन्होंने वापस नहीं करते। इत्थों झगड़ा शुरू होया तो फिर ये गल बहुत अगे वधी, महाराजे नूं ये गल दसी गई तो फिर उन्होंने अकाली फूला सिंह जी नूं गिरफ्तार करने लई सहमति दे दी ते फलौर के किले विचों फौज जिहड़ी है उदों दे मिस्र जिहड़ा सीगा उत्थे लीड कर रहा सीगा फलौर के किले नूं उहदी अगवाई दे विच सिंह साहब अकाली फूला सिंह जी नूं गिरफ्तार करने लई चली। पर फौज नूं यह सी पता कि असीं किस मुहिम ते जा रहे हैं। उन्होंने सिर्फ कूच करने का हुक्म होया ते जदों वो पहुंचे उत्थे तो उन्होंने कहा गया कि अकाली फूला सिंह जी नूं गिरफ्तार करना है तो सारी फौज ने हथियार जमीन ते रख दिते ते उन्होंने कहा कि असीं अकाली फूला सिंह जी के विरुद्ध हथियार नहीं चुक सकते। तो ये जिहड़ियां घटनावां सन इहदा करके उन्होंने समझ लग गई सी कि जिहड़ी महाराजा रणजीत सिंह की फौज है ये महाराजा रणजीत सिंह की ताबिया विच नहीं है, अकाल तख्त साहब की ताबिया विच है ते अकाल तख्त साहब दा ठीक है जी। ते उस तो बाद एक सफर जिहड़ा वो अगे चलदा है ते अंग्रेज़ां ने इहनूं पूरी तरह बर्बाद करने दे लई यतन कीते। उस तो बाद फिर हौली हौली 1925 वाले एक्ट ते आपां आ जन्ने कि 1849 तो 57 तक बरतानवी हुकूमत अकालियां श्याम सिंह अटारी ते भाई महाराज सिंह जैसे सूरबीरां तो वेली हो चुकी सी। उच्चे रूहानी जीवन तो सखणे ते पदार्थक ललक विच सरकार खालसा का हिस्सा बने। बहुते सरदार गद्दारियां करके हुकूमत इंग्लिशिया नाल जा रहे सन ते दरबार साहब की हदूद विचों खालसा राज दी निशानियां बुंगा सरकार खालसा आदि टा दिता गया सीगा। जिथे घंटा घर वाली ड्योड़ी है इत्थे बुंगा सरकार खालसा सीगा जिसनूं ढाया गया खत्म किया गया ताकि सिखां दे विचों जिहड़ी राज की निशानी है उन्होंने खत्म किया जाए। और नाल ही उस समय दौरान ही श्री हरमंदिर साहब दे विचों राज करेगा वाला जावे करेगा खालसा वाला जो दौर है ये पढ़ना बंद किया गया क्योंकि जिहड़ी डायकोटमी है वो वैसटर्न फिलोसफी दे विच पई हुई है। वो समझते हैं कि दो चीज़ां इकट्ठियां नहीं चल सकदियां इस कर क्योंकि जिहड़ी निर्गुण सरगुण की एकता है वो सिर्फ से सिर्फ गुरु ग्रंथ साहब दे विच सिखां दे कोल है, वो हिंदुस्तान के होर धर्मां कोल भी नहीं है उस तरह की। तो इस जिहड़ी दूसरी गल है कि जिहड़ी वैसटर्न फिलोसफी है उहदे विच भी डुअलिटी डायकोटमी पई हुई है। इस करके वो रब नूं ते धरती नूं जोड़ के नहीं देख सकते। इत्थों उन्होंने अकाल तख्त साहब ते हरमंदिर साहब नूं वख-वख कर दिता ते एक ओंकार विचों पैदा होईयां दो चीज़ां सिखां ने वख-वख मन लियां ते अज तक मन्नी जा रहे हैं। तो ये हैरानी
ਇਹ ਪਰੇਸ਼ਾਨੀ ਸਿੱਖ ਬੱਚਿਆਂ ਨੂੰ ਬਹੁਤ ਹੈ ਕਿ ਹੋ ਕੀ ਰਿਹਾ ਹੈ, ਸਿੱਖ ਇਸ ਗੱਲ ਨੂੰ ਰਿਅਲਾਈਜ਼ ਕਿਉਂ ਨਹੀਂ ਕਰ ਰਹੇ ਤੇ ਇਹਦੇ ਤੇ ਪਹਿਰਾ ਕਿਉਂ ਨਹੀਂ ਦੇ ਰਹੇ। तो उन्होंने कहा कि सिखा अपने राज का चेता नहीं होना चाहिए, इस करके उन्होंने हरमंदिर साहब चो वो दोहरा बंद किया, अकाल तख्त साहब के उत्ते गुरमतियां की परंपरा को बिल्कुल बंद किया, पुजारियों के हवाले किया, इन्होंने एक गुरुद्वारा बनाया और गुरुद्वारा एक्ट के अधीन लियाउण दे लई सिखां नूं प्रेरणा की। यह प्रेरणा जी 1849 शुरू हुई जदों राजा तेज सिंह की हवेली में सर फ्रैडरिक कूपर जो उस वे डिप्टी कमिश्नर सीगा अमृतसर का, उहदी हाज़री दे विच प्रमुख सिख सरदारां की इकत्तरता बुलाई, जिहड़े गद्दारियां करके हुकूमत इंग्लिशिया नाल जा रहे सन, उन्हां सरदारां की इकत्तरता बुलाई गई राजा तेज सिंह की हवेली में। इहदे विच शामिल होने वाले बंदे कौन सन? सरदार शमशेर सिंह संधावालिया, राजा तेज सिंह, सरदार दयाल सिंह मजीठिया, भाई प्रदुमन सिंह, सरदार जैमल सिंह खंडेवालिया, सरदार महताब सिंह मजीठिया, राय मूल सिंह, सरदार मंगल सिंह रामगढ़िया। ये मंगल सिंह रामगढ़िया जिहड़ा ये जस्सा सिंह रामगढ़ी का पुत्र है, तो ये भाई सरदार हरी सिंह नलूए के नालों जिहड़ा ये भज के अंग्रेज़ों की फौज नाल रलिया सीगा। सरदार लाल सिंह तलवंडी, हरदित सिंह पधानिया ये शामिल होए ते इत्थे पहली बार इन्होंने इस मीटिंग जी 5 सितंबर तो शुरू हो गए 12 सितंबर तक 7 दिन चली, तो वो इन्होंने पहली बार दस्तूरुल अमल नाम का एक दस्तावेज तैयार किया। ये पहली बार एक दस्तावेजी कन्वेंशनल लॉ के तहत इन्होंने श्री अकाल तख्त साहब ते हरमंदिर साहब के प्रबंध को लियाउण दी नींह बनी। ये 1849 के शुरू होया कारज। ते दस्तूरुल अमल जिहड़ा आ वो पहला मनुख सिरजत दस्तावेज है, जिस राही आधुनिक सिखां ने इंतजामिया अमल नूं अपनाया ते ये श्री अकाल तख्त साहब ते हरमंदिर साहब नूं बरतानवी तख्त के अधीन लियाउण दी पहली कवायद सी। तो इस मीटिंग दे विच यह मता भी पास किया गया सीगा कि हुण श्री दरबार साहब का प्रबंध जिहड़ा आ वो हुकूमत इंग्लिश दी सीधी मदद तो बिना नहीं किया जा सकता। इस मीटिंग ने मता पास किया कि जब तक असीं सरकार की मदद नहीं लेंदे तब तक असीं अपने गुरुद्वारों का प्रबंध नहीं कर सकते। तो दस्तूरुल अमल जिहड़ा आ वो इसे जिहड़ा आपां गुरुद्वारा एक्ट 1925 वाला इहदा आधार मान सकते हैं। तो फिर उस तो बाद गुरुद्वारा सुधार लहर चलती है जिहड़ी 1920 दे विच सामने आउंदी है। ते गुरुद्वारा सुधार लहर के राही जिहड़ा एक अकाली मूवमेंट भी होने में आउंदी है, ते उहदे चों आपां सीधा हुण श्रोमणी अकाली दल की सिरजना तक का सफर जिहड़ा इहनूं एक लड़ी दे विच देखदे हां कि 21 मई 1920 नूं गुरु अर्जन देव जी के शहीदी दिहाड़े उत्ते लाहौर तो रोजाना अकाली अखबार निकलना शुरू होया। ते इस दे पहले परचे विच ही गुरुद्वारा विचों महंती ते सरबराही प्रबंध जिहड़ा अंग्रेज़ां ने दित्ता सीगा उहनूं दोबारा जिहड़ा उहनूं खत्म करके ते सिखां दा एक जमहूरी प्रबंध लियाउण की गल लिखी गई इस परचे दे विच। एक अखबार सीगा डेली जिहड़ा 21 मई 1920 नूं निकलना शुरू होया ते इस पहली बारी लिखती तौर पर सिखां ने यह गल प्रचारनी शुरू की। ते दूसरी गल सीगी कि उस वेले रकाबगंज साहब की कंध ढह गई सीगी, उहनूं दोबारा सरकार कोलों बनवाउण लई जोर पाउण की गल जिहड़ी आ वो इस अखबार विच उसारी उठाई गई। इस तो बाद सरदूल सिंह कविशर, दान सिंह विशोआ ते अमर सिंह ते जसवंत सिंह ये दोवें झवाड़िए भरा, जिन्हां दा भरा भाई सरमुख सिंह बाद चों अकाली दल दा प्रधान भी बनदा, इतना भरावां दा बड़ा इतिहास थां है। तो इन्होंने जलसे जुलूस करके रकाबगंज साहब की कंध दोबारा बनवाउण लई शहीदी जत्थे तैयार करने शुरू किए। तो ये जलसे जुलूस में जाते सन तो उत्थे नाम लिखण लई संगत नूं बेनती करते सन कि जिहड़े रकाबगंज साहब की कंध नूं दोबारा उसारन लई शहीद होण तक कुर्बानी कर सकते हैं वो अपना नाम लिखाओ। तो शहीदी जत्थियां की गल इत्थों शुरू हुई जिन्हें बाद विचों अकाली जत्थियां का रूप लिया। तो इस लहर के उभार सामने हुकूमत को झुकना पिया ते महाराजा नाभा की दखलंदाजी नाल हुकूमत वालों रकाबगंज साहब की कंध दोबारा बना दी गई ते इहदियां फोटोआं अखबार च छाप दित्तियां गईयां। इहदे तो सिखां नूं बहुत ज़्यादा हौसला मिलिया कि हुण असीं कोई जिहड़ा अगला मरकज़ है अगला जिहड़ा निशाना है उहदे वल वध सकदे हां। तो रोजाना अकाली विच लिखण वाले विद्वान हन्ने हन्ने मीरी दे विरुद्ध सन ते उन्हां दी समझ उपर तत्काली हालात ने गलबा पा लिया सीगा, जिहड़ी आपां कहंदे समय की चेतना, क्योंकि वो अकाली नहीं सन, वो मॉडर्न एजुकेशन पढ़े हुए सन। इस करके उन्होंने लग्या कि जिहड़ा हन्ने हन्ने मीरी का सिद्धांत हुण नहीं चलदा, इस करके वो सेंट्रलाइज्ड जिहड़ी जथेबंदी आ उहदे वल वो सोचते सन ते उहदे लई वो प्रचार करते सन। ते उन्होंने कहा कि एक केंद्रीकृत ढांचे वाली सेंट्रलाइज्ड जथेबंदी जिहड़ी आ वो सिरजी जानी चाहिए। ये अखबार राहीं वो जत्था जिहड़ा वो जोर ला रहा सीगा। इहदे विचों श्रोमणी कमेटी ते श्रोमणी अकाली दल निकलिया। शुरू में श्रोमणी अकाली दल ते श्रोमणी गुरुद्वारा प्रबंधक कमेटी की हैसियत वक्री वक्री सी।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈਸੀਅਤ ਸਿੱਖ ਜਥੇਬੰਦੀ ਦੀ ਸੀ ਅਤੇ ਇਸ ਦੇ ਕੰਮਾਂ ਦਾ ਘੇਰਾ ਗੁਰਦੁਆਰਾ ਦੇ ਸੁਧਾਰ ਤੇ ਸਿੱਖਾਂ ਦੀਆਂ ਧਾਰਮਿਕ ਸਦਾਚਾਰਕ ਤੇ ਸੱਭਿਆਚਾਰਕ ਲੋੜਾਂ ਨੂੰ ਪੂਰਾ ਕਰਨ ਤੱਕ ਮਹਦੂਦ ਸੀ। ਰਾਜਸੀ ਮਾਮਲੇ ਇਹਦੇ ਦਾਇਰੇ ਤੋਂ ਬਾਹਰ ਸਨ। ਪਰ ਅਕਾਲੀ ਜਥਿਆਂ ਦੇ ਮੈਂਬਰ ਉਹਨਾਂ 'ਤੇ ਕੋਈ ਪਾਬੰਦੀ ਨਹੀਂ ਸੀ, ਉਹ ਧਾਰਮਿਕ ਕੰਮ ਵੀ ਕਰ ਸਕਦੇ ਸਨ ਤੇ ਰਾਜਸੀ ਸਰਗਰਮੀਆਂ ਵੀ ਕਰਦੇ ਰਹਿੰਦੇ ਸਨ। ਤੇ ਇਹ ਸਾਰੇ ਜਥੇ ਜਿਹੜੇ ਆ ਇਹ ਕਿਸੇ ਕੇਂਦਰੀ ਜਥੇਬੰਦੀ ਵਿੱਚ ਬੱਝੇ ਹੋਏ ਨਹੀਂ ਸਨ। ਇਹ ਜਿਹੜੀ ਬਾਅਦ ਚੋਂ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਬਣਿਆ, ਤਾਂ ਕੇਂਦਰੀ ਜਥੇਬੰਦੀ ਦੀ ਲੋੜ ਨੂੰ ਬਹੁਤ ਸ਼ਿੱਦਤ ਨਾਲ ਮਹਿਸੂਸ ਕੀਤਾ ਜਾ ਰਿਹਾ ਸੀ ਤੇ ਅਖੀਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਹੋਂਦ ਵਿੱਚ ਆ ਗਏ। ਉਸ ਤੋਂ ਬਾਅਦ ਸਾਕਾ ਤਰਨਤਾਰਨ ਸਾਹਿਬ ਵਾਪਰਿਆ, ਸਾਕਾ ਨਨਕਾਣਾ ਸਾਹਿਬ ਵਾਪਰਿਆ, ਕੁੰਜੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਇਹ 'ਚ ਬਹੁਤ ਤਸ਼ੱਦਦ ਹੋਏ ਤੇ ਜੈਤੋ ਦਾ ਮੋਰਚਾ, ਤੇ ਇਹਦੇ ਵਿੱਚ ਜਿਹੜਾ ਬਹੁਤ ਕੁਝ ਸੰਗਤ ਦਾ ਤੇ ਜਿਹੜਾ ਜ਼ੋਰ ਲੱਗਿਆ। ਜਿਹੜੀ ਸੰਗਤ ਪਿੰਡ ਲੈਵਲ ਤੇ ਜਿਹੜੀ ਸ਼ਾਮਲ ਹੁੰਦੀ ਸੀਗੀ ਉਹ ਬੜੇ ਸੁੱਚੇ ਜਜ਼ਬੇ ਨਾਲ ਸ਼ਾਮਲ ਹੁੰਦੀ ਸੀ, ਪਰ ਜਿਹੜੇ ਉਹਨਾਂ ਦੇ ਲੀਡਰ ਹੁੰਦੇ ਸੀਗੇ ਉਹ ਉਸ ਜਜ਼ਬੇ ਦੇ ਮੁਤਾਬਕ ਆਪਣੀ ਹਸਤੀ ਨਹੀਂ ਰੱਖਦੇ ਸਨ, ਉਹ ਛੋਟੀ ਪੱਧਰ ਦੇ ਵਿਅਕਤੀ ਸਨ। ਤੇ ਇਸ ਕਰਕੇ ਕਈ ਵਾਰ ਇਹ ਹਾਸੋਹੀਣੀ ਸਥਿਤੀ ਵੀ ਬਣਦੀ ਰਹੀ। ਤੇ ਜਦੋਂ ਖਾਸ ਤੌਰ ਤੇ ਜਦੋਂ ਲਾਹੌਰ ਦੇ ਕਿਲੇ ਵਿੱਚ ਉਹਨਾਂ ਨੂੰ ਕੈਦ ਕਰਤਾ ਗਿਆ ਜੈਤੋ ਦੇ ਮੋਰਚੇ ਵਿੱਚ, ਜਦੋਂ ਗੁਰਦੁਆਰਾ ਬਿੱਲ ਪਾਸ ਹੋਇਆ ਤਾਂ ਉਸ ਵੇਲੇ ਦੀ ਸਥਿਤੀ ਜਿਹੜੀ ਆ ਉਹ ਬਹੁਤ, ਜਿਹੜੀ ਸੋਹਣ ਸਿੰਘ ਜੋਸ਼ ਨੇ ਵੀ ਲਿਖੀ ਆ, ਹੋਰ ਥਾਵਾਂ ਤੇ ਵੀ ਲਿਖੀ ਮਿਲਦੀ ਹੈ ਕਿ ਉਹ ਬਹੁਤ ਹੀ ਹਾਸੇ ਵਾਲੀ ਸਥਿਤੀ ਸੀਗੀ ਕਿ ਆਗੂ ਜਿਹੜੇ ਉਹ ਬਹੁਤ ਡਰ ਗਏ ਸਨ ਤੇ ਕਮਜ਼ੋਰੀ ਦਾ ਵਿਖਾਵਾ ਕਰ ਰਹੇ ਸਨ। ਤਾਂ ਉੱਥੇ ਜਿਹੜਾ ਜੈਤੋ ਦੇ ਮੋਰਚੇ ਦੌਰਾਨ ਜਦੋਂ ਅਕਾਲੀ ਆਗੂ ਜੇਲ੍ਹਾਂ ਵਿੱਚ ਬੰਦ ਸਨ ਤਾਂ ਸਰਕਾਰ ਨਾਲ ਮਿਲਵਰਤਨ ਕਰਨ ਵਾਲੇ ਸਿੱਖ ਸਰਦਾਰਾਂ ਨੇ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਸਿੱਖ ਗੁਰਦੁਆਰਾ ਦੇ ਪ੍ਰਬੰਧ ਨਾਲ ਸੰਬੰਧਿਤ ਸਮੱਸਿਆ ਨੂੰ ਇੱਕੋ ਵਾਰੀ ਸਿੱਖ ਗੁਰਦੁਆਰਾ ਐਕਟ ਬਣਾ ਕੇ ਹੱਲ ਕਰ ਲਵੇ। ਇਹ ਜਿਹੜੇ ਸਾਰੇ ਮੋਰਚੇ ਲੱਗੇ ਸਨ ਇਸ ਕਰਕੇ ਲੱਗੇ ਸੀ, ਗੁਰਦੁਆਰਾ ਦਾ ਪ੍ਰਬੰਧ ਬਹੁਤ ਵਿਗੜ ਚੁੱਕਾ ਸੀਗਾ। ਉੱਥੋਂ ਦੇ ਜਿਹੜੇ ਮਹੰਤ ਸੀਗੇ ਉਹ ਬਹੁਤ ਜਿਹੜੀਆਂ ਅਖਲਾਕੀ ਤੌਰ ਤੇ ਗਿਰੀਆਂ ਹੋਈਆਂ ਹਰਕਤਾਂ ਕਰਦੇ ਸੀਗੇ ਤੇ ਤਰਨਤਾਰਨ ਦੇ ਮਹੰਤਾਂ ਨੇ ਤੇ ਹੋਰ ਥਾਵਾਂ ਦੇ ਉੱਤੇ ਬੀਬੀਆਂ ਨੂੰ ਲੈ ਕੇ ਖਾਸ ਤੌਰ ਤੇ ਮੰਦੇ ਬਚਨ ਤੇ ਮੰਨੀ ਹਰਕਤਾਂ ਕੀਤੀਆਂ ਸਨ, ਜਿਹਦਾ ਕਰਕੇ ਉਹ ਪ੍ਰਬੰਧ ਨੂੰ ਸੁਧਾਰਨ ਲਈ ਲਹਿਰ ਚੱਲੀ ਸੀ ਤੇ ਫਿਰ ਸਾਂਝਾ ਇੱਕ ਕੇਂਦਰੀ ਬੋਰਡ ਬਣਾਉਣ ਵਾਲੇ ਪਾਸੇ ਨੂੰ ਗੱਲ ਤੁਰ ਪਈ। ਤੇ 1925 ਵਿੱਚ ਸਰਕਾਰ ਤੇ ਸ਼੍ਰੋਮਣੀ ਕਮੇਟੀ ਬਿੱਲ ਬਣਾਉਣ ਲਈ ਤਿਆਰ ਹੋ ਗਏ। ਗਵਰਨਮੈਂਟ ਵੱਲੋਂ ਮਿਸਟਰ ਪਕਲ ਡੀਸੀ ਕਮੇਟੀ ਅੰਮ੍ਰਿਤਸਰ ਤੇ ਮਿਸਟਰ ਐਮਰਸਨ ਡੀਸੀ ਲਾਹੌਰ ਨੂੰ ਗੁਰਦੁਆਰਾ ਬਿੱਲ ਦੀ ਤਿਆਰੀ ਦੇ ਕੰਮ ਉੱਪਰ ਮੁਕਰਰ ਕਰ ਦਿੱਤਾ ਗਿਆ। ਤੋ ਇਹ ਜਿਹੜਾ ਸਿਲਸਿਲਾ ਚੱਲਿਆ ਜਿਹਦੇ ਨਾਲ ਸਿੱਖਾਂ ਦੇ ਆਗੂਆਂ ਨੂੰ ਜੇਲ੍ਹਾਂ ਵਿੱਚ ਸੁੱਟ ਕੇ ਮਜਬੂਰ ਕਰਕੇ ਉਹ ਬਿੱਲ ਜਿਹੜਾ ਉਹਨਾਂ ਨੇ ਮੰਗਿਆ ਵੀ ਨਹੀਂ ਸੀਗਾ ਉਹ ਮੰਨਣ ਲਈ ਮਜਬੂਰ ਕੀਤਾ ਗਿਆ ਤੇ ਉਹਦੇ ਨਾਲ ਸਿੱਖਾਂ ਦੀ ਇਹ ਵੱਡੀ ਸੰਸਥਾ ਜਿਹੜੀ ਮਾਡਰਨ ਹੈ ਉਹ ਸਾਹਮਣੇ ਆ ਗਈ। ਤੇ ਹੁਣ ਇਹਦੇ ਵਿੱਚ ਇੱਕ ਦੋ ਨੁਕਤੇ ਆਖਰੀ ਜਿਹੜੇ ਨੇ ਉਹ ਮੈਂ ਕਰਕੇ ਤੁਹਾਡੇ ਕੋਲ ਇਜਾਜ਼ਤ ਲੈਣੀ ਹੈ ਕਿ ਇਸ ਬਿੱਲ ਦੇ ਬਣਨ ਤੋਂ ਬਾਅਦ ਪਹਿਲਾ ਮਸਲਾ ਜਿਹੜਾ ਉਹ ਪੈਦਾ ਹੋਇਆ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਰਵਉੱਚ ਹੈ ਜਾਂ ਅਕਾਲ ਤਖਤ ਦਾ ਜਥੇਦਾਰ ਸਰਵਉੱਚ ਹੈ। ਤੋਂ ਇਸ ਝਗੜੇ ਦੇ ਉੱਤੇ ਜਿਹੜੀ ਆ ਉਹ ਫਿਰ ਇੱਕ ਸਬ ਕਮੇਟੀ ਬਣਾਈ ਗਈ। ਉਸ ਇੱਕ ਜਿਹੜੀ ਹੈ ਇਹ ਫੈਸਲਾ 19 ਦਸੰਬਰ 1927 ਨੂੰ ਗੁਰਦੁਆਰਾ ਟਿੱਬੀ ਸਾਹਿਬ ਜੈਤੋ ਵਿਖੇ ਇਹ ਪਾਸ ਕੀਤਾ ਗਿਆ ਤੇ ਉੱਥੇ ਇਹ ਫੈਸਲਾ ਕਰਕੇ ਪਹਿਲਾਂ ਜਨਰਲ ਅਜਲਾਸ ਦੀ ਮੀਟਿੰਗ ਕੀਤੀ ਗਈ ਤੇ ਉਸ ਤੋਂ ਬਾਅਦ 19 ਦਸੰਬਰ ਨੂੰ ਦੁਬਾਰਾ ਮੀਟਿੰਗ ਟਿੱਬੀ ਸਾਹਿਬ ਕੀਤੀ ਗਈ। ਉੱਥੇ ਕੁਝ ਨਿਯਮ ਪਾਸ ਕੀਤੇ ਗਏ, ਉਹ ਹੁਣ ਤੁਹਾਡੇ ਸਾਹਮਣੇ ਰੱਖਣੇ ਬਹੁਤ ਜ਼ਰੂਰੀ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਲਈ ਹਰ ਕਿਸਮ ਦੇ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਰਾਹੀਂ ਇਸ ਕਮੇਟੀ ਨੂੰ ਹੋਣਗੇ, ਜਿਹੜੀ ਸਬ ਕਮੇਟੀ ਬਣਾਈ ਜਾਏਗੀ ਤੇ ਉਹ ਪ੍ਰਧਾਨ ਜੀ ਦੀ ਗੈਰ ਹਾਜ਼ਰੀ ਵਿੱਚ ਸਾਰੇ ਅਧਿਕਾਰ ਮੀਤ ਪ੍ਰਧਾਨ ਕੋਲ ਹੋਣਗੇ। ਮੀਤ ਪ੍ਰਧਾਨ ਲੋੜ ਪਏ ਤਾਂ ਆਪਣੀ ਮਦਦ ਲਈ ਸ਼੍ਰੋਮਣੀ ਕਮੇਟੀ ਦੀ ਜਨਰਲ ਇਕੱਤਰਤਾ ਜੀ ਉਹ ਕਰ ਸਕਦਾ ਤੇ ਇਹ ਸਾਰੇ ਜਿਹੜੇ ਨਿਯਮ ਨੇ ਇਹ 13 ਨੇ। ਇਹਨਾਂ 13 ਦੇ ਵਿੱਚ ਜਿਹੜੀ ਗੱਲ ਨਿਕਲ ਕੇ ਆਉਂਦੀ ਉਹ ਮੈਂ ਸਾਰੇ ਨਹੀਂ ਪੜ੍ਹਨੇ ਹੁਣ। ਗੱਲ ਇਹ ਨਿਕਲ ਕੇ ਆਉਂਦੀ ਹੈ ਕਿ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਦੀ ਅੱਗੋਂ ਸਬ ਕਮੇਟੀ ਕਰੇਗੀ ਤੇ ਉਹਦੇ ਤੋਂ ਫਿਰ ਦੋ ਚੀਜ਼ਾਂ ਉੱਤੇ ਹੋ ਜਾਣਗੀਆਂ, ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹ ਅਕਾਲ ਤਖਤ ਦੇ ਜਥੇਦਾਰ ਤੋਂ ਉੱਪਰ ਹੋ ਜਾਏਗਾ। ਉਹਦੇ ਕੋਲ ਜਥੇਦਾਰ ਦੀ ਨਿਯੁਕਤੀ ਕਰਨ ਦੇ ਅਧਿਕਾਰ, ਜਥੇਦਾਰ ਦੀ ਬਦਲੀ ਕਰਨ ਦੇ ਅਧਿਕਾਰ, ਜਥੇਦਾਰ ਨੂੰ ਛੁੱਟੀ ਦੇਣ ਦੇ ਅਧਿਕਾਰ, ਜਥੇਦਾਰ ਨੂੰ ਮੁਅੱਤਲ ਕਰਨ ਦੇ ਅਧਿਕਾਰ, ਇੰਨੇ ਅਧਿਕਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਉਸ ਕਮੇਟੀ ਕੋਲ ਹੋਣਗੇ ਤੇ ਜਥੇਦਾਰ ਦੀ ਕੀ ਵਕਤ ਰਹਿ ਜਾਏਗੀ ਇਹ ਤੁਸੀਂ ਆਪ ਜਾਣਦੇ ਹੋ। ਇਹ 1929 ਦੀ ਗੱਲ ਹੈ, ਅੱਜ ਦੀ ਨਹੀਂ। ਉਸ ਤੋਂ ਬਾਅਦ ਕੀ ਹੁੰਦਾ ਫਿਰ ਜਦੋਂ ਇਹਨਾਂ ਨੇ ਇਸ ਤਰ੍ਹਾਂ ਕਰ ਲਿਆ ਤੇ ਜਦੋਂ ਅਕਾਲ ਤਖਤ ਸਾਹਿਬ ਦੀ ਅਜ਼ਮਤ ਨੂੰ ਉਹਨਾਂ ਨੇ ਰੋਲ ਕੇ ਕਾਨੂੰਨ ਦੇ ਵਿੱਚ ਬੰਨ੍ਹ ਕੇ ਥੱਲੇ ਲੈ ਆਂਦਾ ਤਾਂ ਫਿਰ ਇਹਨਾਂ ਨੇ ਕੀ ਕੀਤਾ, ਫਿਰ ਇਹਨਾਂ ਨੇ ਅਕਾਲ ਤਖਤ ਸਾਹਿਬ ਦੀ ਬੇਅਦਬੀ ਕਰਨੀ ਸ਼ੁਰੂ ਕੀਤੀ। ਅਕਾਲ ਤਖਤ ਸਾਹਿਬ ਨੂੰ ਆਪਣੇ ਮੁਫਾਦ ਲਈ ਵਰਤਣਾ ਸ਼ੁਰੂ ਕੀਤਾ। ਅਕਾਲ ਤਖਤ ਸਾਹਿਬ ਤੋਂ ਮਨਮਰਜ਼ੀ ਦੇ ਹੁਕਮਨਾਮੇ ਫੈਸਲੇ ਕਰਵਾਉਣੇ ਸ਼ੁਰੂ ਕੀਤੇ ਤੇ ਉੱਥੇ ਹਵਨ ਕੁੰਡ ਬਣਾਏ ਗਏ, ਉੱਥੇ ਵਰਤ ਰੱਖੇ ਗਏ, ਉਹ ਬਿਨਾਂ ਵਜ੍ਹਾ ਤੋੜੇ ਗਏ ਤੇ ਇਸ ਅਰਦਾਸ ਕਰਕੇ ਭੰਗ ਕੀਤੀ ਗਈ, ਉਹ ਤੋਂ ਮੁੱਕਰਿਆ ਗਿਆ। ਇਹ ਬਹੁਤ ਕੁਝ ਹੋਇਆ ਜਿਹਦੇ ਨਾਲ ਅਕਾਲ ਤਖਤ ਸਾਹਿਬ ਦੀ ਅਜ਼ਮਤ ਜਿਹੜੀ ਆ ਉਹ ਬਿਲਕੁਲ ਥੱਲੇ ਆਈ। 1960 ਦੇ ਵਿੱਚ ਇਹ ਸਾਰਾ ਕੁਝ ਹੋਇਆ
ਜਦੋਂ ਸੰਤ ਫਤਿਹ ਸਿੰਘ ਨੇ ਰੱਖਿਆ 15 ਅਗਸਤ 1961 ਨੂੰ ਹੋਇਆ, ਜਦੋਂ ਮਾਸਟਰ ਤਾਰਾ ਸਿੰਘ ਨੇ ਰੱਖਿਆ 1965 ਨੂੰ, ਫਿਰ ਫਤਿਹ ਸਿੰਘ ਨੇ ਰੱਖਿਆ 1966 ਵਿੱਚ ਪੰਜਾਬੀ ਸੂਬਾ ਬਣਿਆ, ਤੇ ਫਿਰ ਫਤਿਹ ਸਿੰਘ ਨੇ ਮਰਨ ਵਰਤ ਰੱਖਿਆ ਵੀ ਸਾਨੂੰ ਚੰਡੀਗੜ੍ਹ ਦੇ ਦਿਓ। ਫਿਰ ਬੜਾ ਇਹਦਾ ਕੁਝ ਕਰਦੇ ਰਹੇ, ਜਿਹਦੇ ਨਾਲ ਇਹਨਾਂ ਨੇ ਕਾਇਰਤਾ ਤੇ ਪਖੰਡਬਾਜ਼ੀ ਜਿਹੜੀ ਆ ਉਹ ਸਾਰੀ ਅਕਾਲ ਤਖਤ ਸਾਹਿਬ ਤੇ ਕੀਤੀ। ਤੇ ਇਹਦੇ ਤੋਂ ਦੁਖੀ ਹੋ ਕੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਅਕਾਲ ਤਖਤ ਸਾਹਿਬ ਦੇ ਕੀਤੀ ਗਈ ਅਰਦਾਸ ਦੀ ਮਾਣ ਮਰਿਆਦਾ, ਉਹਦੀ ਮਹੱਤਤਾ ਨੂੰ ਜੀਵੰਤ ਕਰਨ ਦੇ ਲਈ, ਉਹਦੀ ਉਚਾਈ ਨੂੰ ਸਥਾਪਿਤ ਕਰਨ ਦੇ ਲਈ 74 ਦਿਨਾਂ ਦਾ ਮਰਨ ਵਰਤ ਰੱਖ ਕੇ ਸ਼ਹੀਦ ਹੋਏ। ਤੇ ਉਹਨਾਂ ਦੇ ਸ਼ਹੀਦ ਹੋ ਜਾਣ ਤੱਕ ਅਕਾਲੀ ਦਲ ਉਹਨਾਂ ਨੂੰ ਭੰਡਦਾ ਰਿਹਾ ਕਿ ਇਹ ਕਾਂਗਰਸ ਦਾ ਏਜੰਟ ਹੈ। ਤੇ ਫਿਰ ਇਸ ਦਾਗ ਦੇ ਥੱਲੇ ਅੱਜ ਤੱਕ ਇਹ ਦੱਬਿਆ ਹੋਇਆ, ਕਿਉਂਕਿ ਉਸ ਤਰ੍ਹਾਂ ਦੀ ਸ਼ਹਾਦਤ ਇਹਨਾਂ ਕੋਲ ਬਾਅਦ ਚੋਂ ਦਿੱਤੀ ਨਹੀਂ ਗਈ। ਜਦ ਤੱਕ ਨਹੀਂ ਦੇਣਗੇ ਉਹ ਧੁੱਪਣਾ ਨਹੀਂ। ਇਹ 26 ਜਨਵਰੀ 1931 ਨੂੰ ਇਹ ਫਿਰ ਸਾਰਾ ਕੁਝ ਇਸ ਤਰ੍ਹਾਂ ਹੀ ਹੋਇਆ। ਤੇ ਫਿਰ ਨਕਲੀ ਨਿਰੰਕਾਰੀਆਂ ਖਿਲਾਫ ਜਿੱਥੇ ਆਪਾਂ ਬੈਠੇ ਆ, ਇਹਨਾਂ ਦੇ ਖਿਲਾਫ ਹੁਕਮਨਾਮਾ ਜਾਰੀ ਹੋਇਆ। ਤੇ ਉਸ ਹੁਕਮਨਾਮੇ ਨੂੰ ਵਾਪਸ ਕਰਾਉਣ ਲਈ ਜਥੇਦਾਰ ਅਜਨੋਆ ਸਾਹਿਬ ਦੇ ਉੱਤੇ ਜਿਸ ਤਰ੍ਹਾਂ ਦੇ ਦਬਾਅ ਪੈਂਦੇ ਰਹੇ, ਹੋਰ ਜਥੇਦਾਰਾਂ ਉੱਤੇ ਦਬਾਅ ਪੈਂਦੇ ਰਹੇ, ਉਹ ਸਾਰੀ ਕਹਾਣੀ ਤੋਂ ਤੁਸੀਂ ਵਾਕਫ ਹੋ। ਤੇ ਉਸ ਤੋਂ ਬਾਅਦ ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਕਲੇਸ਼ ਹੋਇਆ ਆਪਸ ਵਿੱਚ, ਉਹਦੇ ਵਿੱਚ ਜਿਹੜੀ ਇਹਨਾਂ ਨੇ ਅਜ਼ਮਤ ਨੂੰ ਰੋਲਿਆ ਅਕਾਲ ਤਖਤ ਸਾਹਿਬ ਦੀ, ਉਹ ਵੀ ਦੱਸਣਯੋਗ ਹੈ, ਪਰ ਸਮੇਂ ਦੀ ਘਾਟ ਕਰਕੇ ਮੈਂ ਉਹ ਨਹੀਂ ਦੱਸ ਰਿਹਾ। ਔਰ ਉੱਥੇ ਜਿਹੜੀ ਤਾਰ ਟੈਲੀਗ੍ਰਾਮ ਜਿਹੜੀ ਅਕਾਲ ਤਖਤ ਦੇ ਜਥੇਦਾਰ ਨੂੰ ਜਦੋਂ ਉਹਨਾਂ ਨੂੰ ਬੁਲਾਇਆ ਗਿਆ, ਜਦੋਂ ਟੋੜਾ ਸਾਹਿਬ ਤੇ ਤਲਵੰਡੀ ਸਾਹਿਬ ਨੇ ਦੇ ਦਿੱਤੇ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਸ ਵੇਲੇ ਤਾਰ ਦੇ ਰਾਹੀਂ ਅਸਤੀਫਾ ਦੇ ਦਿੱਤੇ ਸੀ ਉਹਨਾਂ ਦੋਵਾਂ ਨੇ। ਤੇ ਟੈਲੀਗ੍ਰਾਮ ਦੇ ਰਾਹੀਂ ਅਕਾਲ ਤਖਤ ਦੇ ਜਥੇਦਾਰ ਨੂੰ ਕੀ ਲਿਖ ਕੇ ਭੇਜਦੇ, ਜੇ ਤੋਂ ਸਾਰੀ ਪਾਲਿਸੀ ਤੁਹਾਨੂੰ ਸਮਝ ਲੱਗੇਗੀ। ਉਹਨਾਂ ਨੇ ਜਵਾਬ ਦਿੱਤਾ ਟੈਲੀਗ੍ਰਾਮ ਰਾਹੀਂ, ਰਿਕਾਰਡਡ ਆ ਤੇ ਇਤਿਹਾਸ 'ਚ ਦਰਜ ਹੈ। ਇਸ ਦੇ ਜਵਾਬ ਵਿੱਚ ਬਾਦਲ ਸਾਹਿਬ ਨੇ ਲਿਖ ਕੇ ਭੇਜਿਆ, ਉਹਨਾਂ ਨੂੰ ਬੁਲਾਇਆ ਗਿਆ ਸੀਗਾ ਪ੍ਰਕਾਸ਼ ਸਿੰਘ ਬਾਦਲ ਨੂੰ, ਉਸ ਵੇਲੇ ਮੁੱਖ ਮੰਤਰੀ ਸਨ, ਜਿਹੜੀ ਇਹਨਾਂ ਦੀ ਸਾਂਝੇ ਫਰੰਟ ਦੀ ਸਰਕਾਰ ਸੀਗੀ। ਉੱਥੇ ਇਹਨਾਂ ਨੇ ਅਕਾਲ ਤਖਤ ਜਥੇਦਾਰ ਨੂੰ ਲਿਖ ਕੇ ਭੇਜਿਆ ਕਿ ਮੈਂ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਬਾਦਲ ਸਾਹਿਬ ਨੇ ਲਿਖ ਕੇ ਭੇਜਿਆ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ, ਜਥੇਦਾਰ ਸਾਹਿਬਾਨ ਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਦਿਲੋਂ ਸਤਿਕਾਰ ਕਰਦਾ ਹਾਂ, ਪਰੰਤੂ ਜਿਨ੍ਹਾਂ ਮਾਮਲਿਆਂ ਦਾ ਸਿੱਧਾ ਅਸਰ ਭਾਰਤ ਦੇ ਸੰਵਿਧਾਨ ਜਿਸ ਦੇ ਅਧੀਨ ਮੈਨੂੰ ਮੁੱਖ ਮੰਤਰੀ ਦਾ ਅਹੁਦਾ ਮਿਲਿਆ ਹੈ ਉੱਪਰ ਪੈਂਦਾ ਹੈ, ਉਹਨਾਂ ਵਿੱਚ ਇਨ੍ਹਾਂ ਉੱਚੇ ਅਹੁਦਿਆਂ ਨੂੰ ਵਾਦ-ਵਾਦ ਵਿੱਚ ਸ਼ਾਮਲ ਨਹੀਂ ਕਰਨਾ ਚਾਹੁੰਦਾ। ਇਸ ਤੋਂ ਅਜਿਹਾ ਨਹੀਂ ਚਾਹੀਦਾ। ਇਸ ਤੋਂ ਅਜਿਹਾ ਸਮਝਿਆ ਜਾਵੇਗਾ ਕਿ ਅਸੀਂ ਸੰਵਿਧਾਨ ਤੋਂ ਉੱਪਰ ਇੱਕ ਸ਼ਕਤੀ ਕਾਇਮ ਕਰਕੇ ਪੰਜਾਬ ਵਿੱਚ ਧਰਮਤੰਤਰ ਕਾਇਮ ਕਰ ਰਹੇ ਹਾਂ। ਉਹਦੇ ਜ਼ਿਹਨ ਵਿੱਚ ਉਹਦੀ ਜਿਹੜੀ ਦ੍ਰਿਸ਼ਟੀ ਹੈ, ਉਹਦੇ ਵਿੱਚ ਅਕਾਲ ਤਖਤ ਸਾਹਿਬ ਹਿੰਦੁਸਤਾਨ ਦੇ ਕਾਨੂੰਨ ਤੋਂ ਉੱਪਰ ਨਹੀਂ ਹੈ। ਤਾਂ ਉਹਦੇ ਵਿੱਚੋਂ ਫਿਰ ਕੀ ਭਲਾ ਨਿਕਲਣਾ ਸੀ ਜਿਹਨੂੰ 50 ਸਾਲ ਬਰਦਾਸ਼ਤ ਕੀਤਾ। ਫਿਰ ਜੈਦਰ ਸੰਤੋਖ ਸਿੰਘ ਦਿੱਲੀ ਵਾਲੇ, ਉਹਦੇ ਜਦੋਂ ਉਹਨੂੰ ਸਜ਼ਾ ਲਾਈ ਗਈ, ਉਹਦੇ ਤੇ ਇਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਬਿਲਕੁਲ ਥੱਲੇ ਲਿਆਂਦਾ। ਤੇ ਉਹ ਪੇਸ਼ ਹੋਣ ਤੋਂ ਜਿਹੜਾ ਆਕੀ ਹੋ ਗਿਆ, ਉਹ ਕਹਿੰਦਾ ਮੈਂ ਦਰਬਾਰ ਸਾਹਿਬ ਤੇ ਪੇਸ਼ ਨਹੀਂ ਹੋਣਾ ਅਕਾਲ ਤਖਤ ਸਾਹਿਬ ਤੇ ਉਹਨੇ ਆਪਣੀ ਇੱਕ 5 ਮੈਂਬਰੀ ਕਮੇਟੀ ਪੇਸ਼ ਆਪਣੀ ਥਾਂ ਤੇ ਭੇਜ ਦਿੱਤੀ। ਇਹ ਇਤਿਹਾਸ ਦੇ ਵਿੱਚ ਬਿਲਕੁਲ ਪਹਿਲੀ ਵਾਰ ਵਾਪਰਿਆ ਸੀ ਅਕਾਲ ਤਖਤ ਸਾਹਿਬ ਦਾ ਹੁਕਮ ਹੋਵੇ ਤੇ ਕੋਈ ਉਸ ਹੁਕਮ ਮੰਨਣ ਤੋਂ ਆਕੀ ਹੋ ਜਾਵੇ। ਇਹਦੇ ਵਿੱਚ ਜਿਹੜਾ ਆਖਰੀ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਉਹ ਇਹ ਹੈ ਕਿ ਇੱਕ ਸਮਾਂ ਐਸਾ ਵੀ ਆਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਇੱਕ ਦੂਸਰੇ ਉਲਟ ਇਲੈਕਸ਼ਨ ਲੜੇ ਤੇ ਉਸ ਇਲੈਕਸ਼ਨ ਵਿੱਚ ਇਹਨਾਂ ਨੇ ਆਪੋ ਆਪਣੇ ਵੱਖਰੇ ਵੱਖਰੇ ਕੈਂਡੀਡੇਟ ਖੜੇ ਕੀਤੇ ਸੀਗੇ। ਉਸ ਸਮੇਂ ਜਿਹੜੀ ਹਾਲਾਤ ਸੀਗੀ ਉਹ ਇਹ ਸੀ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਜਿਹੜਾ ਉਹ ਧਾਰਮਿਕ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਹੈ, ਅਕਾਲ ਤਖਤ ਸਾਹਿਬ ਦਾ ਪ੍ਰਬੰਧ ਵੱਖਰਾ ਹੈ ਤੇ ਰਾਜਸੀ ਮਾਮਲਿਆਂ ਬਾਰੇ ਸ਼੍ਰੋਮਣੀ ਅਕਾਲੀ ਦਲ ਚੱਲ ਰਿਹਾ। ਇਸ ਤੋਂ ਬਾਅਦ ਆਪਾਂ 1966 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਦਾ ਵੀ ਕਬਜ਼ਾ ਹੋ ਗਿਆ। ਉਹਦੇ ਨਾਲ ਕੀ ਨਵਾਂ ਇੱਕ ਚੈਪਟਰ ਸ਼ੁਰੂ ਹੁੰਦਾ ਆ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਇੱਕ ਦੂਜੇ ਦੇ ਉਲਟ ਇਲੈਕਸ਼ਨ ਲੜ ਰਹੇ ਸੀਗੇ, ਹੁਣ ਇੱਕੋ ਹੀ ਦਲ ਜਿਹੜਾ ਉਹਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੋ ਗਿਆ ਤੇ ਉਹਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਕਬਜ਼ਾ ਹੋ ਗਿਆ। ਤੇ ਹੁਣ ਜਿਹੜੀ ਸਾਡੀ ਹਾਲਤ ਹੈ ਉਹ ਇਸ ਕਰਕੇ ਬਣੀ ਹੈ ਕਿ ਉਹ ਇੱਕ ਪਾਰਟੀ ਇੱਕ ਜੱਥਾ ਜਿਹੜਾ ਸੀਗਾ ਇੱਕ ਬਾਅਦ ਚੋਂ ਇੰਨਾ ਸੈਂਟਰਲਾਈਜ਼ਡ ਹੋ ਗਿਆ, ਜਿਹੜਾ ਪਹਿਲਾਂ ਸੈਂਟਰਲਾਈਜ਼ਡ ਪਾਲਿਸੀ ਦੇ ਕਰਕੇ ਸ਼ੁਰੂ ਹੋਇਆ ਸੀਗਾ ਉਹ ਇੱਕ ਪਰਿਵਾਰ ਤੱਕ ਸੀਮਿਤ ਹੋ ਗਿਆ। ਤੇ ਹੁਣ ਜਦੋਂ ਉਸ ਪਰਿਵਾਰ ਨੂੰ ਜਿਹੜਾ ਉਹ ਦੁਸ਼ਮਣੀ ਪੇਸ਼ ਆਈ ਸੈਂਟਰ ਦੀ ਸਰਕਾਰ ਵੱਲੋਂ ਤਾਂ ਉਹ ਦੁਸ਼ਮਣੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਅਸੀਂ ਸੈਂਟਰਲਾਈਜ਼ ਨਾ ਜਾ ਕਰ ਗੱਲਾਂ। ਇਸ ਕਰਕੇ ਇਹ ਤਿੰਨ ਵੱਖਰੇ ਵੱਖਰੇ ਪ੍ਰਬੰਧ, ਤਿੰਨ ਵੱਖਰੇ ਵੱਖਰੇ ਨਿਜ਼ਾਮ ਤੁਹਾਨੂੰ ਦੁਬਾਰਾ ਤੋਂ ਸਾਜਣੇ ਪੈਣਗੇ। ਜਿਹੜਾ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ ਵਿੱਚ ਗੁਰਦੁਆਰਾ ਸਾਹਿਬ ਦਾ ਨਿਜ਼ਾਮ ਦੇਖੇ, ਸਾਰੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਉਹਦੀ ਮਰਿਆਦਾ ਉਹਨੂੰ ਦੇਖੇ, ਇੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਮਨ ਮਰਿਆਦਾ ਨੂੰ ਜਿਹੜਾ ਸਾਂਝੇ ਰੂਪ ਦੇ ਵਿੱਚ ਚਲਾਉਣ ਵਾਲਾ ਜੱਥਾ ਹੋਵੇ, ਇੱਕ ਸਾਂਝੀ ਕਮੇਟੀ ਕੋਈ ਇਸ ਤਰ੍ਹਾਂ ਦੀ ਬਣੇ, ਔਰ ਇੱਕ ਜਿਹੜਾ ਸਿੱਖਾਂ ਦੀ ਜਿਹੜੀ ਵੋਟ ਪੋਲਿਟਿਕਸ ਹੈ, ਜਿਹੜੀ ਰਾਜਸੀ ਮਹੱਤਵਾਕਾਂਖਸ਼ਾ ਵਾਲੇ ਬੰਦੇ ਨੇ, ਜਿਹੜੇ ਰਾਜ ਸਰਦਾਰ ਉਧਰ ਜਾਣਾ ਚਾਹੁੰਦੇ ਨੇ, ਉਹ ਜੀ ਸਦਕੇ ਜਾਣ ਉਹ ਪੋਲਿਟਿਕਸ ਕਰਨ, ਪਰ ਇਹ ਤਿੰਨ ਵੱਖਰੇ ਵੱਖਰੇ ਧੁਰੇ ਹੋਣ ਜਿਹੜੇ ਇਹ ਚੱਲਣਗੇ ਤਾਂ ਫਿਰ ਜਿਹੜੀ ਹੰਨੇ ਹੰਨੇ ਮੇਰੀ ਵਾਲਾ ਵੀ ਆਪਾਂ ਥੋੜਾ ਥੋੜਾ ਪ੍ਰੈਕਟਿਸ ਕਰ ਸਕਦੇ ਹਾਂ। ਤੇ ਜਿਹੜੀ ਆਖਰੀ ਗੱਲ ਉਹ ਤੁਹਾਡੇ ਸਾਹਮਣੇ ਰੱਖਣੀ ਆ ਉਹ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਤੇ
ਕਿਸੇ ਵੀ ਤਖਤ ਦਾ ਕੋਈ ਪ੍ਰਭਾਵ ਨਹੀਂ ਹੋਣਾ ਚਾਹੀਦਾ ਤੇ ਇਹ ਵੋਟ ਪ੍ਰਣਾਲੀ ਤੋਂ ਬਿਲਕੁਲ ਮੁਕਤ ਹੋਣਾ ਚਾਹੀਦਾ ਹੈ। ਤੇ ਦੂਸਰਾ ਨੁਕਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਕਰਨ ਲਈ ਇੱਕ ਜਥਾ ਸਥਾਪਿਤ ਕੀਤੇ ਜਾਣ ਦੀ ਲੋੜ ਹੈ, ਜਿਹੜਾ ਸਾਂਝੇ ਰੂਪ ਵਿੱਚ ਇਸ ਪ੍ਰਬੰਧ ਨੂੰ ਚਲਾਵੇ। ਜਦ ਤੱਕ ਅਸੀਂ ਇਹ ਚੀਜ਼ਾਂ ਨਹੀਂ ਕਰਾਂਗੇ, ਅਕਾਲ ਤਖਤ ਸਾਹਿਬ ਨੂੰ ਦੁਨਿਆਵੀ ਤਖਤਾਂ ਤੋਂ, ਇਹਦੇ ਕਨਵੈਨਸ਼ਨਲ ਕਾਨੂੰਨਾਂ ਤੋਂ ਔਰ ਇਸ ਵੋਟ ਤੰਤਰ ਦੀ ਰਾਜਨੀਤੀ ਦੇ ਪ੍ਰਭਾਵਾਂ ਤੋਂ ਨਹੀਂ ਮੁਕਤ ਕਰਾਂਗੇ, ਤਦ ਤੱਕ ਅਸੀਂ ਇਸ ਤਰ੍ਹਾਂ ਦੀ ਅਧੋਗਤੀ ਹਾਲਤ ਵਿੱਚ ਬਾਰ-ਬਾਰ ਫਸਦੇ ਰਹਾਂਗੇ। ਸਮਾਂ ਥੋੜਾ ਜ਼ਿਆਦਾ ਲਿਆ ਹੈ ਪਰ ਗੱਲਾਂ ਵੀ ਇੰਪੋਰਟੈਂਟ ਸਨ, ਇਸ ਕਰਕੇ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ